ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਸਿਰ ਸ਼ਾਹ ਪਾਤਸ਼ਾਹ ਨੇ ਚਲ ਚੌਰ ਛਤ। ਪੌੜੀ ਬੜੀ ਵੜਾ ਪਾ ਤੇਰਾ ਮਰਤਬਾ ਰੰਗ ਪ੍ਰੰਗ ਨੇ ਜਪਨ ਕਰਤਵਾ। ਜੀਆ ਅੰਦਰ ਜੀਓ ਸਭ ਜਾਨ ਲਾ ਸਭ ਤੇਰਾ ਵਸ ਤੇਰਾ ਘਰ ਭਲਾ। ਤੇਰੇ ਘਰ ਆਨੰਦ ਉਦਾਈ ਤੁਧ ਘਰ ਮਾਨ ਮਹਤ ਤੇ ਜਪਨ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਣ ਦਾ ਤੁਧ ਆਗੈ ਬਿਨਵਤਾ। ਤੇਰਾ ਜੀ ਤੇਰਾ ਨਾਮ ਸਤ ਹੈ ਸ਼੍ਰੀ ਵਾਹਿਗੁਰੂ। ਪੌੜੀ ਵੱਡੀ ਵੜਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇਕ ਨ ਜਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੇ ਜਾਨ ਲਾ ਸਭ ਕੇ ਤੇਰੇ ਵਸ ਤੇਰਾ ਕਰ ਭਲਾ। ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਣ ਮੱਤਾ ਤੇ ਜਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾ ਤੁਧ ਆਗੈ ਬਿਨਵਤਾ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਸਿਮਰੋ ਅੰਗਦ ਦੁਖ। ਗੁਰ ਅਮਰਦਾਸ ਹਿਰਦੈ ਨਿਤ। ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ। ਗੁਰੂ ਅਰਜਨ ਬਿਘਨਨ ਕੇ। ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ। ਸ਼੍ਰੀ ਹਰਿ ਰਾਇ ਨਮੋ ਕਰ। ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ। ਵਾਹਿਗੁਰੂ ਪਰਮ
ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਤਿਗੁਰ ਸ਼ਬਦ ਸਹਾਇ ਲੇ ਨਾਮ ਜਪਨ ਹਥਿਆਰ। ਮਨ ਰਿਪ ਜੀਤੈ ਮਨੁਜ ਜੇ ਦ્વੈ ਲੋਕਨ ਸੁਖ ਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਰੇ ਹੋ। ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਨਿਤਾ ਪ੍ਰਤੀ ਜੁੜ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਗਰੀਬ ਨਵਾਜ ਸਤਿਗੁਰੂ ਮੁਲਤਾਨ ਦੇ ਪੀਰਾਂ ਨੂੰ ਕਿਰਤਾਰਥ ਕਰਕੇ ਉੱਥੋਂ ਚੱਲੇ ਹਨ। ਮੁਲਤਾਨ ਸ਼ਹਿਰ ਵਿੱਚ ਇੱਕ ਮਹਾਨ ਸੂਫੀ ਸੰਤ ਸ਼ਮਸ ਤਬਰੇਜ਼ ਦੀ ਜਗ੍ਹਾ ਹੈ। ਭਾਈ ਬਾਲਾ ਜੀ ਸਤਿਗੁਰਾਂ ਨੇ ਸ਼ਮਸ ਤਬਰੇਜ਼ ਦੀ ਜੀਵਨ ਵਿਥਿਆ ਜੋ ਸੂਫੀ ਸੰਤਾਂ ਵਿੱਚ ਪ੍ਰਚਲਿਤ ਹੈ ਉਹ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਰਵਣ ਕਰਵਾਈ। ਇਹ ਸ਼ਮਸ ਤਬਰੇਜ਼ ਦਾ ਜਨਮ ਕਿਵੇਂ ਹੋਇਆ? ਇਹ ਮਨਸੂਰ ਦਾ ਹੀ ਦੂਸਰਾ ਜਨਮ ਸੀ। ਉਹ ਸਾਰੀ ਵਿਥਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤੀ। ਗਰੀਬ ਨਵਾਜ ਪਾਤਸ਼ਾਹ ਮੁਲਤਾਨ ਤੋਂ ਚੱਲ ਕੇ ਇੱਕ ਐਸੇ ਨਗਰ ਵਿੱਚ ਆਏ ਨੇ ਜਿੱਥੇ ਪਹਿਲਾਂ ਵੀ ਸਤਿਗੁਰਾਂ ਨੇ ਚਰਨ ਪਾਏ ਸਨ। ਦੀਪਾਲਪੁਰ ਦਾ ਇਲਾਕਾ ਹੈ ਜਿੱਥੇ ਇੱਕ ਵਾਰ ਪਹਿਲੋਂ ਜਦੋਂ ਗੁਰਦੇਵ ਆਏ ਤੇ ਇੱਥੇ ਇੱਕ ਪਖੰਡੀ ਸਾਧ ਸੀ। ਲੋਕਾਂ ਨੂੰ ਕਹਿੰਦਾ ਸੀ ਮੈਨੂੰ 100 ਮਿਲਣ ਆਇਆ, ਮੈਂ 100 ਸੁਹਾਗਣ। ਸਤਿਗੁਰੂ ਜੀ ਦਰਵਾਜ਼ੇ ਤੇ ਸਨ ਤੇ ਮਹਾਰਾਜ ਜੀ ਮਿਲਣਾ ਚਾਹੁੰਦੇ ਸੀ ਇਹਨੂੰ। ਕਹਿੰਦਾ ਮੈਂ ਨਹੀਂ ਮਿਲ ਸਕਦਾ, ਅੱਜ ਤਾਂ ਮੇਰਾ 100 ਆਇਆ ਹੋਇਆ। ਤੇ ਸਤਿਗੁਰੂ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਚੱਲ ਚੱਲੀਏ, ਇੱਥੇ ਨਾ 100 ਹੈ ਤੇ ਨਾ ਸੁਹਾਗਣ ਹੈ। ਸਤਿਗੁਰਾਂ ਦੇ ਮੁਖ ਫੇਰਨ ਦੀ ਦੇਰੀ ਸੀ, ਇੱਕਦਮ ਧਾੜਵੀਆਂ ਦਾ ਹਮਲਾ ਹੋਇਆ, ਮੇਲਾ ਲੁੱਟ ਲਿਆ। ਇਹ ਕੁਕਰਮ ਕਰਦਾ ਹੋਇਆ ਵਿਕਰਮ ਕਰਦਾ ਹੋਇਆ ਕਮਰੇ 'ਚ ਫੜਿਆ ਗਿਆ। ਲੋਕਾਂ ਨੇ ਲਾਹਨਤਾਂ ਤੇ ਤਰਕਾਰਾਂ ਪਾਈਆਂ ਵੀ ਇਹ ਤਾਂ ਸੰਤ ਕਹਾਉਂਦਾ ਸੀ। ਉਸੇ ਨਗਰ ਵਿੱਚ
ਦਰ ਦਰ ਤੇ ਮੰਗਤਾ ਬਣ ਕੇ ਹੁਣ ਮੰਗਦਾ ਫਿਰਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਪਰਉਪਕਾਰੀ ਹਨ। ਸਤਿਗੁਰੂ ਜੀ ਇਹਦੇ ਤੇ ਪਰਉਪਕਾਰ ਕਰਕੇ ਇਹਨੂੰ ਕਿਰਤਾਰਥ ਕਰਨ ਆਏ ਨੇ। ਕੋਈ ਪੂਰਬਲੇ ਜਨਮਾਂ ਦਾ ਕਰਮ ਚੰਗਾ ਹੋਵੇਗਾ, ਉਹਦਾ ਫਲ ਤਾਂ ਮਿਲਣਾ ਹੀ ਸੀ ਨਾ। ਤੋ ਦੀਨ ਦਿਆਲ ਸਤਿਗੁਰੂ ਜੀ ਉਸ ਨਗਰ ਚ ਆ ਰਹੇ ਨੇ। ਉਹ ਪ੍ਰਸੰਗ ਅੱਜ ਦੀ ਕਥਾ ਚ ਆਰੰਭ ਹੋ ਰਿਹਾ। ਨਵਾਂ ਅਧਿਆਏ ਅੱਗੇ ਪ੍ਰਾਰੰਭ ਹੋ ਰਿਹਾ। 38ਵਾਂ ਅਧਿਆਏ ਹੈ। ਮੰਗਲਾਚਰਨ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਸ਼ਬਦ ਸਹਾਇਲੀ ਨਾਮ ਜਪਨ ਹਥਿਆਰ। ਸਤਿਗੁਰਾਂ ਦੇ ਸ਼ਬਦ ਦੀ ਸਹਾਇਤਾ ਲੈ ਕੇ, ਨਾਮ ਜਪਣ ਰੂਪੀ ਹਥਿਆਰ ਲੈ ਕੇ, ਨਾਮ ਜਪਣਾ ਇਹ ਸਮਝ ਲਓ ਵੀ ਇਹ ਸ਼ਸਤਰ ਹੈ। ਔਰ ਸਹਾਇਤਾ ਕਿਹਦੀ ਲੈਣੀ ਹੈ? ਗੁਰੂ ਕੇ ਸ਼ਬਦ ਦੀ। ਸ਼ਬਦ ਦਾ ਮਤਲਬ ਉਪਦੇਸ਼। ਜੋ ਗੁਰੂ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਦੀ ਸਹਾਇਤਾ ਲੈ ਕੇ, ਨਾਮ ਜਪਣ ਰੂਪੀ ਹਥਿਆਰ ਲੈ ਕੇ। ਮਨ ਰਿਪ ਜੀਤੈ ਮਨੁਜ ਜੇ ਦ્વੈ ਲੋਕਨ ਸੁਖ ਸਾਰੇ। ਜਿਹੜੇ ਮਨੁੱਖ ਆਪਣੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲੈਂਦੇ ਹਨ, ਨਾਮ ਜਪਣ ਰੂਪੀ ਹਥਿਆਰ ਲੈ ਕੇ, ਗੁਰੂ ਦੇ ਸ਼ਬਦ ਦੀ ਸਹਾਇਤਾ ਪ੍ਰਾਪਤ ਕਰਕੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲੈਂਦੇ ਨੇ। ਤੇ ਜਿਹੜੇ ਜਿੱਤ ਲੈਂਦੇ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਉਹ ਦੋਹਾਂ ਜਹਾਨਾਂ 'ਚ ਸਾਰ ਸੁਖ ਦੀ ਪ੍ਰਾਪਤੀ ਕਰਦੇ। ਉਹਨਾਂ ਦਾ ਲੋਕ ਔਰ ਪਰਲੋਕ ਦੋਵੇਂ ਹੀ ਸੁਹੇਲੇ ਹੋ ਜਾਂਦੇ ਹਨ। ਚੌਪਈ ਸੁਨੋ ਕਥਾ ਪੁਨ ਫੇਰੂ ਨੰਦਨ। ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਵਿੱਚ ਭਾਈ ਬਾਲਾ ਜੀ ਸੁਣਾ ਰਹੇ ਨੇ ਤੇ ਬੇਨਤੀ ਕਰਦਿਆਂ ਕਹਿੰਦੇ, ਹੇ ਬਾਬਾ ਫੇਰੂ ਨੰਦਨ। ਗੁਰੂ ਅੰਗਦ ਸਾਹਿਬ ਦੇ ਸਤਿਕਾਰਯੋਗ ਪਿਤਾ ਦਾ ਨਾਮ ਸੀ ਬਾਬਾ ਫੇਰੂ ਮੱਲ ਜੀ। ਨੰਦਨ ਕਹਿੰਦੇ ਨੇ ਪੁੱਤਰ ਨੂੰ, ਇਸ ਕਰਕੇ ਸੰਬੋਧਨ ਕਰਕੇ ਕਹਿੰਦੇ, ਹੇ ਬਾਬਾ ਫੇਰੂ ਨੰਦਨ ਸਰਵਣ ਕਰੋ। ਮਾਰਗ ਚਲਤਿਓ ਕਲੁਖ ਨਿਕੰਦਨ। ਪਾਪਾਂ ਦਾ ਕਲੁਖਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮੁਲਤਾਨ ਤੋਂ ਚੱਲ ਪਏ ਰਸਤੇ 'ਚ ਟੁਰੇ ਜਾ ਰਹੇ ਹਨ। ਸ਼ਮਸ ਕਹਾਣੀ ਸਰਬ ਸੁਨਾਈ। ਰਸਤੇ 'ਚ ਟੁਰਦਿਆਂ ਸਤਿਗੁਰਾਂ ਨੇ, ਭਾਈ ਬਾਲਾ ਜੀ ਕਹਿੰਦੇ, ਮੈਨੂੰ ਸ਼ਮਸ ਤਬਰੇਜ਼ ਦੀ ਸਾਰੀ ਕਥਾ ਉਹ ਸਤਿਗੁਰਾਂ ਨੇ ਸਰਵਣ ਕਰਵਾ ਦਿੱਤੀ। ਗਮਨਤ ਪਹੁੰਚਤ ਭੇਕ ਜਾਈ। ਔਰ ਸਹਿਜੇ ਸਹਿਜੇ ਚਲਦਿਆਂ ਮਹਾਰਾਜ ਜੀ ਇੱਕ ਜਗ੍ਹਾ ਤੇ ਪਹੁੰਚੇ ਹਨ। ਜੈ ਫਕੀਰ ਕੋ ਲੁੱਟ ਗਿਓ ਮੇਲਾ। ਉਸ ਜਗ੍ਹਾ ਤੇ ਆਏ ਨੇ ਜਿੱਥੇ 100 ਸੁਹਾਗਣ ਦਾ ਕਿਸੇ ਸਮੇਂ ਡੇਰਾ ਲੁੱਟਿਆ ਗਿਆ ਸੀ, ਉਹਦਾ ਮੇਲਾ ਲੁੱਟਿਆ ਗਿਆ ਸੀ। ਸਤਿਗੁਰੂ ਜੀ ਪਹਿਲਾਂ ਵੀ ਇੱਥੇ ਆਏ ਸਨ। ਨਿੰਦਾ ਪ੍ਰਗਟੀ ਭਇਓ ਦੋਹੇਲਾ। 100 ਸੁਹਾਗਣ ਦੀ ਨਿੰਦਾ ਹੋ ਰਹੀ ਸੀ ਪੂਰੇ ਸ਼ਹਿਰ ਵਿੱਚ, ਪੂਰੇ ਇਲਾਕੇ ਵਿੱਚ। ਲੋਕ ਇਹਦੀ ਨਿੰਦਾ ਕਰਦੇ ਸਨ ਵੀ ਇਹ ਤਾਂ ਬੜਾ ਪਖੰਡੀ ਸੀ, ਅਸੀਂ ਇਹਨੂੰ ਰੱਬ ਸਮਝ ਕੇ ਪੂਜਦੇ ਰਹੇ, ਇਹ ਤਾਂ ਦੁਰਾਚਾਰੀ ਹੈ, ਮਾੜੇ ਆਚਰਣ ਵਾਲਾ। ਲੋਕ ਇਹਦੀ ਬਹੁਤ ਨਿੰਦਾ ਕਰ ਰਹੇ ਸਨ। ਗਇਓ ਪਖੰਡ ਉਗਰ ਸਭ ਪਾਜਾ। ਇਹ ਤਾਂ ਬੜਾ ਵੱਡਾ ਪਖੰਡੀ ਸੀ। ਇਹਦਾ ਸਾਰਾ ਪਾਜ ਉਸ ਰਾਤ ਨੂੰ ਜਦੋਂ ਮੇਲੇ ਦੇ ਉੱਤੇ ਧਾੜਵੀਆਂ ਨੇ ਹਮਲਾ ਕੀਤਾ ਤੇ ਇਹਦਾ ਪਖੰਡ ਉਹਨਾਂ ਧਾੜਵੀਆਂ ਨੇ ਪ੍ਰਗਟ ਕੀਤਾ। ਅਸੀਂ ਸਭ ਨੇ ਵੇਖਿਆ। ਜੇ ਉਹ ਨਾ ਪ੍ਰਗਟ ਕਰਦੇ, ਅਸੀਂ ਤਾਂ ਇਹਨੂੰ ਰੱਬ ਸਮਝ ਕੇ ਮੰਨੀ ਜਾਣਾ ਸੀ, ਪੂਜੀ ਜਾਣਾ ਸੀ। ਲੋਕਨ ਬਿਖੈ ਅਧਿਕ ਸੋ ਲਾਜਾ। ਉਹ ਬੜਾ ਸ਼ਰਮਿੰਦਾ ਸੀ। 100 ਸੁਹਾਗਣ ਰਹਿੰਦਾ ਉੱਥੇ ਹੀ, ਉਸੇ ਨਗਰ 'ਚ ਸੀ ਜਿੱਥੇ ਕਦੇ ਉਹਦੀ ਪੂਜਾ ਹੁੰਦੀ ਸੀ। ਅੱਗੇ ਪਿੱਛੇ ਲੈਣਾ ਲੱਗੀਆਂ ਹੁੰਦੀਆਂ ਸੀ ਲੋਕਾਂ ਦੀਆਂ, ਮੱਥਾ ਟੇਕਣ ਵਾਲਿਆਂ ਦੀਆਂ। ਉਹ ਉਸੇ ਨਗਰ ਦੇ ਵਿੱਚ ਲੋਕਾਂ ਦੇ ਤਿਰਸਕਾਰ ਤੇ ਨਰਾਦਰ ਦਾ ਸਾਹਮਣਾ ਕਰ ਰਿਹਾ ਹੈ।
ਲੋਕ ਇਹਨੂੰ ਰੋਟੀ ਤੱਕ ਨਹੀਂ ਦੇ ਕੇ ਰਾਜੀ, ਰੁਲਦਾ ਫਿਰਦਾ ਗਲੀਆਂ ਵਿੱਚ। ਤੈਂ ਕੋ ਕਰਨ ਕਿਰਤਾਰਥ ਫੇਰਾ। ਪਰਮ ਦਿਆਲੂ ਕਿਰਪਾਲੂ ਸਤਿਗੁਰੂ ਜੀ ਉਸ ਸੌ ਸੁਹਾਗਣ ਫਕੀਰ ਨੂੰ ਕਿਰਤਾਰਥ ਕਰਨ ਵਾਸਤੇ, ਉਹਦਾ ਪਾਰ ਉਤਾਰਾ ਕਰਨ ਵਾਸਤੇ ਦੁਬਾਰਾ ਫੇਰ ਉਸ ਨਗਰ ਵਿੱਚ ਆਏ ਹਨ। ਗਏ ਗੁਰੂ ਸੋ ਦੁਖੀਆ ਹੀਰਾ। ਜਦੋਂ ਸਤਿਗੁਰੂ ਜੀ ਉਸ ਨਗਰ ਵਿੱਚ ਗਏ ਤੇ ਪਤਾ ਲੱਗਾ ਕਿ ਸੌ ਸੁਹਾਗਣ ਬੜਾ ਦੁਖੀ ਹੈ, ਉਹਦੀ ਬੜੀ ਨਿੰਦਾ ਇਸ ਨਗਰ ਦੇ ਵਿੱਚ ਹੋ ਰਹੀ ਆ, ਅਪਮਾਨ ਹੋ ਰਿਹਾ ਹੈ। ਤਿਸੀ ਤੀਐ ਕਹਿ ਕੀਨੋ ਡੇਰਾ। ਸਤਿਗੁਰੂ ਜੀ ਉਸੇ ਔਰਤ ਬਜ਼ੁਰਗ ਮਾਈ ਸੀ, ਉਸੇ ਦੇ ਉਹਦੇ ਘਰ ਦੇ ਕੋਲ ਹੀ ਆ ਕੇ ਡੇਰਾ ਕੀਤਾ ਜਿੱਥੇ ਪਹਿਲੋਂ ਵਾਰ ਮਹਾਰਾਜ ਜੀ ਆਏ ਸੀ ਤੇ ਬੈਠੇ ਸੀ। ਜਦੋਂ ਪਹਿਲੋਂ ਆਏ ਸੀ ਉਹ ਮਾਈ ਉਹੀ ਸੀ ਉੱਥੇ। ਉਦੋਂ ਉਸੇ ਮਾਈ ਨੇ ਦੱਸਿਆ ਸੀ ਜੀ ਇੱਥੇ ਸਾਡੇ ਸੌ ਸੁਹਾਗਣ ਜੀ ਦਾ ਮੇਲਾ ਚੱਲਦਾ। ਪਾਤਸ਼ਾਹ ਜਦੋਂ ਦੁਬਾਰਾ ਆਏ, ਦੁਬਾਰਾ ਫਿਰ ਉਸੇ ਮਾਈ ਦੇ ਘਰ ਦੇ ਕੋਲ ਆ ਕੇ ਸਤਿਗੁਰੂ ਜੀ ਬੈਠੇ ਹਨ। ਜਾਵਤ ਕੀਨੋ ਜਹਾਂ ਬਸੇਰਾ। ਜਿੱਥੇ ਜਾਂਦਿਆਂ ਹੋਇਆਂ ਸਤਿਗੁਰਾਂ ਨੇ ਆਪਣਾ ਟਿਕਾਣਾ ਕੀਤਾ ਸੀ, ਉੱਥੇ ਹੀ ਆ ਕੇ ਬੈਠੇ। ਚੰਦ ਰਾਤ ਪੁਨ ਤਾਂ ਦਿਨ ਸੋਈ। ਉਸ ਦਿਨ ਪੂਰਨਮਾਸ਼ੀ ਵਾਲੀ ਰਾਤ ਸੀ। ਜਦੋਂ ਪਹਿਲੋਂ ਆਏ ਮਹਾਰਾਜ ਉਦੋਂ ਵੀ ਪੁੰਨਿਆ ਸੀ। ਉਦੋਂ ਜਦੋਂ ਇਹਦਾ ਸੌ ਸੁਹਾਗਣ ਦਾ ਪਖੰਡ ਪ੍ਰਗਟ ਹੋਇਆ ਉਦੋਂ ਵੀ ਪੂਰਨਮਾਸ਼ੀ ਦੀ ਰਾਤ ਸੀ। ਇਹ ਲੋਕਾਂ ਨੂੰ ਕਹਿੰਦਾ ਸੀ ਅੱਜ ਚਾਨਣੀ ਰਾਤ ਹੈ, ਅੱਜ ਮੇਰੇ ਸਹੁ ਨੇ ਮੈਨੂੰ ਮਿਲਣ ਆਉਣਾ। ਲੋਕਾਂ ਨੇ ਬੜਾ ਵੱਡਾ ਮੇਲਾ ਲਾਉਣਾ, ਸੈਂਕੜੇ ਲੋਕਾਂ ਦੀ ਭੀੜ ਉੱਥੇ ਇਕੱਠੀ ਹੋ ਜਾਣੀ। ਤੇ ਜਦੋਂ ਪਾਤਸ਼ਾਹ ਪਹਿਲੋਂ ਆਏ ਸੀ ਉਦੋਂ ਵੀ ਪੂਰਨਮਾਸ਼ੀ ਸੀ। ਅੱਜ ਜਦੋਂ ਆਏ ਤੇ ਅੱਜ ਵੀ ਪੂਰਨਮਾਸ਼ੀ ਦਾ ਹੀ ਦਿਨ ਹੈ। ਮੇਲਾ ਤਾਂ ਕੇ ਭਇਓ ਨ ਕੋਈ। ਪਾਤਸ਼ਾਹ ਨੇ ਸ਼ਾਮ ਜੇ ਦੇ ਵੇਲੇ ਉੱਥੇ ਡੇਰਾ ਕੀਤਾ, ਵੇਖਿਆ ਵੀ ਅੱਜ ਮੇਲਾ ਨਹੀਂ ਪਿਆ ਦਿਸਦਾ। ਅੱਗੇ ਤਾਂ ਇੱਥੇ ਪੂਰਨਮਾਸ਼ੀ ਤੇ ਬੜੀ ਗਹਿਮਾ ਗਹਿਮ ਹੁੰਦੀ, ਬੜਾ ਮੇਲਾ ਹੁੰਦਾ, ਇੱਥੇ ਤਾਂ ਪੈਰ ਧਰਨ ਨੂੰ ਥਾਂ ਨਹੀਂ ਹੁੰਦੀ। ਅੱਜ ਪਾਤਸ਼ਾਹ ਵੇਖਦੇ ਆ ਵੀ ਅੱਜ ਮੇਲਾ ਨਹੀਂ ਲੱਗਾ। ਅਸਪਿਕ ਉਪਜੀ ਕਰੁਣਾ ਭਾਰੀ। ਇਹ ਵੇਖ ਕੇ ਮੇਰੇ ਸਾਹਿਬਾਂ ਦੇ ਹਿਰਦੇ ਵਿੱਚ ਕਰੁਣਾ, ਦਇਆ, ਰਹਿਮ ਪੈਦਾ ਹੋਇਆ। ਪੂਜਨ ਕੀਨ ਬ੍ਰਿਥਾ ਸੋ ਨਾਰੀ। ਉਸੇ ਮਾਈ ਨੂੰ ਪੁੱਛਦੇ ਜਿਹਦੇ ਕੋਲੋਂ ਪਹਿਲੀ ਵਾਰ ਜਦੋਂ ਆਏ ਤੇ ਪੁੱਛਿਆ ਸੀ ਵੀ ਇਹ ਮੇਲਾ ਕਾਹਦਾ ਲੱਗਾ, ਤੇ ਉਹਨੇ ਦੱਸਿਆ ਸੀ। ਅੱਜ ਉਸੇ ਮਾਈ ਦੇ ਕੋਲੋਂ ਗਰੀਬ ਨਵਾਜ ਪਾਤਸ਼ਾਹ ਜੀ ਪੁੱਛਦੇ ਹਨ। ਦੋਹਰਾ ਸੋਹ ਸੁਹਾਗਣ ਜੈ ਹੁਤੋ ਮੇਲਾ ਭਇਓ ਨ ਤਾਏ। ਮਹਾਰਾਜ ਜੀ ਕਹਿੰਦੇ ਮਾਈ ਜਿੱਥੇ ਤੁਹਾਡਾ ਇੱਥੇ ਫਕੀਰ ਰਹਿੰਦਾ ਹੁੰਦਾ ਸੀ ਸੌ ਸੁਹਾਗਣ ਦਾ ਡੇਰਾ ਸਾਹਮਣੇ, ਅੱਜ ਉੱਥੇ ਮੇਲਾ ਨਜ਼ਰ ਨਹੀਂ ਆਉਂਦਾ। ਵੀ ਜਦੋਂ ਪਹਿਲੋਂ ਆਏ ਸਾਂ ਅਸੀਂ ਇੱਥੇ ਤੇ ਬੜਾ ਵੱਡਾ ਮੇਲਾ ਸੀ, ਅੱਜ ਪੂਰਨਮਾਸ਼ੀ ਆ, ਅੱਜ ਮੇਲਾ ਕਿਉਂ ਨਹੀਂ ਲੱਗਾ। ਰਹਿਤ ਇਆਂ ਕਹਿ ਦੋ ਨਹੀਂ ਮਾਨਵ ਮਾਨੇ ਜਾਏ। ਉਹ ਸੌ ਸੁਹਾਗਣ ਇੱਥੇ ਹੀ ਰਹਿੰਦਾ ਹੈ ਜਾਂ ਕਿਤੇ ਇੱਥੋਂ ਅੱਗੇ ਕਿਤੇ ਚਲਾ ਗਿਆ, ਕਿਉਂਕਿ ਉਹਨੂੰ ਤਾਂ ਬੜੇ ਲੋਕ ਮੰਨਦੇ ਸੀ, ਬੜੇ ਲੋਕ ਉਹਨੂੰ ਪੂਜਦੇ ਸਤਿਕਾਰਦੇ ਸਨ। ਚੋਪਈ ਤੀਆ ਕਏ ਤੈਂ ਝੂਠ ਸਮਾਜਾ। ਉਹ ਅੱਗੋਂ ਮਾਈ ਬੋਲੀ, ਕਹਿਣ ਲੱਗੀ ਸੰਤ ਜੀ ਕੀ ਦਸੀਏ, ਉਹ ਤਾਂ ਬੜਾ ਪਖੰਡੀ ਸੀ। ਉਹੀ ਮਾਈ ਜਿਹੜੇ ਮੂੰਹ ਨਾਲ ਪਿਛਲੀ ਵਾਰੀ ਉਪਮਾ ਕਰਦੀ ਸੀ ਵੀ ਉਹ ਤਾਂ ਸਾਡੇ ਸੌ ਸੁਹਾਗਣ ਜੀ ਨੇ ਜੀ, ਅੱਜ ਤਾਂ ਉਹਨਾਂ ਨੂੰ ਸੌ ਮਿਲਣ ਆਇਆ, ਉਹੀ ਮਾਈ ਅੱਜ ਨਿੰਦਾ ਵੀ ਕਰਦੀ। ਜਿਸ ਮੂੰਹ ਨਾਲ ਲੋਕ ਉਪਮਾ ਕਰਦੇ ਹਨ ਉਸੇ ਮੂੰਹ ਨਾਲ ਨਿੰਦਾ ਵੀ ਕਰਦੇ ਹਨ। ਇਸ ਕਰਕੇ ਲੋਕਾਂ ਵੱਲੋਂ ਕੀਤੀ ਉਪਮਾ ਔਰ ਲੋਕਾਂ ਵੱਲੋਂ ਕੀਤੀ ਹੋਈ ਨਿੰਦਾ ਦੀ ਪਰਵਾਹ ਨਹੀਂ ਕਰਦੇ ਮਹਾਤਮਾ। ਉਹ ਕਹਿੰਦੇ ਜਿਹੋ ਜੀ ਇਹਨਾਂ ਦੀ ਉਪਮਾ ਉਹੋ ਜੀ ਇਹਨਾਂ ਦੀ ਨਿੰਦਾ। ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਉਹ ਕਹਿੰਦੇ ਮਹਾਰਾਜ ਜੀ ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ। ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤਨ ਦੀ ਉਹ ਹੈ ਟਾਰ। ਅਸਲ ਖੇਡ ਤਾਂ ਇਹ ਹੁੰਦੀ ਗੁਰਮੁਖਾਂ ਦੀ। ਹੋੜੇ ਮਾਈ ਨਿੰਦਾ ਕਰਦੀ, ਕਹਿੰਦੀ ਜੀ ਉਹ ਕਾਹਦਾ ਸੰਤ ਸੀ ਜੀ, ਉਹ ਤਾਂ ਬੜਾ ਦੁਰਾਚਾਰੀ ਬੰਦਾ ਨਿਕਲਿਆ,
ਉਹ ਤਾਂ ਬੜਾ ਪਖੰਡੀ ਸੀ। ਉਗਰ ਗਿਓ ਜੋ ਕੀਨੋ ਪਾਜਾ। ਉਹਨੇ ਜਿਹੜਾ ਪਾਜ ਕੀਤਾ ਹੋਇਆ ਸੀ ਨਾ ਪਖੰਡ ਦਾ, ਉਹ ਸਾਰਾ ਪਖੰਡ ਉਹਦਾ ਉਗੜ ਕੇ ਉਸੇ ਰਾਤ ਹੀ ਪ੍ਰਗਟ ਹੋ ਗਿਆ ਸੀ ਜਦੋਂ ਤੁਸੀਂ ਪਹਿਲੋਂ ਆਏ ਸੀ। ਉਹ ਮਾਈ ਕਹਿੰਦੀ ਸਤਿਗੁਰਾਂ ਨੂੰ, ਜੀ ਜਦੋਂ ਤੁਸੀਂ ਪਹਿਲਾਂ ਆਏ ਸੀ ਨਾ ਇੱਥੇ, ਉਸੇ ਰਾਤ ਉਸ ਪਾਪੀ ਦਾ ਪਖੰਡ ਉਗੜ ਕੇ ਲੋਕਾਂ ਦੇ ਸਾਹਮਣੇ ਆ ਗਿਆ। ਸਿਮਰ ਫਲ ਜਿਮ ਤਾਏ ਬਣਾਓ। ਉਹ ਤਾਂ ਨਿਕਲਿਆ ਸਿਮਲ ਦੇ ਫਲ ਵਾਂਗੂ, ਜਿਵੇਂ ਸਿਮਲ ਦੇ ਬੂਟੇ ਨੂੰ ਫਲ ਲੱਗਾ ਹੁੰਦਾ, ਉਸ ਫਲ ਵਾਂਗੂ ਨਜ਼ਰ ਆਉਂਦਾ। ਪਾਕੇ ਤੇ ਸੋ ਤੂਲ ਉਡਾਓ। ਹੁਣ ਸਿਮਲ ਦੇ ਬੂਟੇ ਨੂੰ ਜਿਹੜਾ ਫਲ ਲੱਗਦਾ ਉਹ ਖਾਣ ਦੇ ਕੰਮ ਨਹੀਂ ਆਉਂਦਾ, ਸਗੋਂ ਜਦੋਂ ਪੱਕ ਜਾਂਦਾ ਨਾ ਤੇ ਪੱਕਣ ਤੋਂ ਬਾਅਦ ਦੇ ਵਿੱਚੋਂ ਰੂਹ ਜੀ ਉੱਡਦੀ ਹੈ, ਤੂੰਬੇ ਜੇ ਬਣ ਬਣ ਕੇ, ਉਹ ਰੂਹ ਉਹਦੇ ਵਿੱਚੋਂ ਉੱਡ ਕੇ ਖੇ ਵਾਂਗੂ ਫੈਲ ਜਾਂਦੀ ਹੈ। ਅਸ ਸੁਨ ਕੈ ਬੇਦੀ ਕੁਲ ਕੀਤਾ। ਕਹਿੰਦੀ ਇਸੇ ਤਰ੍ਹਾਂ ਉਹ ਵੀ ਖੇ ਬਣ ਕੇ ਹੀ ਉੱਡ ਗਿਆ ਸਿਮਲ ਦੇ ਪੱਕੇ ਫਲ ਵਾਂਗੂ। ਉਹ ਤਾਂ ਉਦਾਂ ਹੀ ਨਜ਼ਰ ਆਇਆ, ਵੇਖਣ ਨੂੰ ਬੜਾ ਸਿਮਲ ਦੇ ਬੂਟੇ ਵਾਂਗੂ ਉੱਚਾ ਦਿਸਦਾ ਸੀ, ਪਰ ਉਹਦਾ ਸਾਰਾ ਢੋਂਗ, ਉਹਦਾ ਸਾਰਾ ਪਖੰਡ ਉਗੜ ਕੇ ਸਾਹਮਣੇ ਆ ਗਿਆ ਲੋਕਾਂ ਦੇ। ਬੈਠੇ ਤੈਂ ਤੀਏ ਵੈਰ ਨਕੇਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸੁਣੀ ਜਾਂਦੇ ਨੇ। ਉਸੇ ਮਾਈ ਦੇ ਘਰ ਦੇ ਬਾਰ-ਬਾਰ ਸਤਿਗੁਰਾਂ ਦਾ ਆਸਣ ਹੈ। ਗਰੀਬ ਨਵਾਜ ਪਾਤਸ਼ਾਹ ਜੀ ਅਡੋਲ ਬੈਠੇ ਰਹੇ। ਲੂਲਾ ਕਰ ਪੱਗ ਤੇ ਤੈਂ ਕਾਲਾ। ਇੰਨੇ ਨੂੰ ਹੱਥਾਂ ਤੇ ਪੈਰਾਂ ਤੋਂ ਇੱਕ ਪਿੰਗਲਾ ਵਿਅਕਤੀ ਰਿੜਦਾ ਉਸ ਮਾਈ ਦੇ ਘਰ ਦੇ ਕੋਲ ਆ ਗਿਆ, ਜਿਹਦੇ ਨਾਲ ਹੱਥ ਕੰਮ ਕਰਦੇ ਸੀ ਨਾ ਪੈਰ ਕੰਮ ਕਰਦੇ ਸੀ। ਉਹ ਘਿਸਰਦਾ ਕਿਸੇ ਤਰੀਕੇ ਉੱਥੇ ਪਹੁੰਚ ਗਿਆ, ਮਾਨੋ ਕੋਈ ਉਹਦੇ ਕਰਮ ਜਾਗਣੇ ਸੀ। ਉਹ ਬਾਹਰ ਅੱਜ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ ਉੱਥੇ ਆਇਆ। ਆਇਓ ਇੱਕ ਅਵਲੋਕ ਦਿਆਲਾ। ਦਿਆਲੂ ਤੇ ਕਿਰਪਾਲੂ ਸਤਿਗੁਰੂ ਜੀ ਨੇ ਉਸ ਪਿੰਗਲੇ ਵਿਅਕਤੀ ਨੂੰ ਵੇਖਿਆ। ਦਰਸ਼ਨ ਦਰਸੇ ਭੇ ਪਦ ਪਾਨਾ। ਜਦੋਂ ਉਹਨੇ ਸਾਹਿਬਾਂ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਉਹਦੇ ਹੱਥ ਤੇ ਪੈਰ ਜਿਹੜੇ ਕੰਬ ਰਹੇ ਸੀ ਪਹਿਲਾਂ, ਇੱਕਦਮ ਸਥਿਰ ਹੋ ਗਏ, ਬਿਲਕੁਲ ਨਵਾਂ ਨਰੋਆ ਹੋ ਗਿਆ। ਦਰਸ਼ਨ ਕਰਦੇ ਆਂ ਪਾਤਸ਼ਾਹ ਦੇ ਦਰਸ਼ਨਾਂ ਦੀ ਇਹੋ ਜੀ ਕਲਾ ਵਰਤੀ ਕਿ ਉਹਦਾ ਜਿਹੜਾ ਪਿੰਗਲਾਪਨ ਸੀ ਸਰੀਰ ਦਾ, ਉਹ ਬਿਲਕੁਲ ਠੀਕ ਹੋ ਗਿਆ। ਅਤ ਸੁੰਦਰ ਹੋਇਓ ਸਵਧਾਨਾ। ਸਰੀਰ ਉਹਦਾ ਬੜਾ ਬੇਢੱਬਾ ਜਿਹਾ ਸੀ ਪਹਿਲੋਂ, ਇੱਕਦਮ ਅਤੀ ਸੁੰਦਰ ਹੋ ਗਿਆ। ਸਰੀਰ ਜਿਵੇਂ ਦੇਵਤਿਆਂ ਦੀ ਕੰਚਨ ਕਾਇਆ ਹੁੰਦੀ ਹੈ, ਏਦਾਂ ਦੀ ਕਾਇਆ ਹੋ ਗਈ। ਹੱਥ ਬੰਦ ਸੋ ਖਰਾ ਅਗਾਰੀ। ਜਿਹੜਾ ਘਿਸਰਦਾ ਹੋਇਆ ਆਇਆ ਸੀ, ਪਾਤਸ਼ਾਹ ਦੇ ਸਨਮੁਖ ਹੱਥ ਜੋੜ ਕੇ ਉੱਠ ਕੇ ਖਲੋ ਗਿਆ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਅੰਦਲੇ ਤਰੇ ਭਵਨ ਸੂਜਿਆ ਗੁਰ ਭੇਟ ਪੁਨੀਤਾ। ਗੁਰੂ ਨੂੰ ਮਿਲ ਕੇ ਪਿੰਗਲੇ ਪਰਬਤਾਂ ਤੇ ਚੜ੍ਹਨ ਯੋਗ ਹੋ ਜਾਂਦੇ ਹਨ। ਗੁਰ ਭੇਟ ਪੁਨੀਤਾ, ਗੁਰੂ ਨੂੰ ਭੇਟ ਮਿਲ ਕੇ ਪੁਨੀਤ ਹੋ ਜਾਈਦਾ ਤੇ ਗੁਰੂ ਨੂੰ ਮਿਲ ਕੇ ਪਿੰਗਲੇ ਪਰਬਤਾਂ ਤੇ ਚੜ ਜਾਂਦੇ ਨੇ। ਮੂਰਖ ਚਾਰ ਵੇਦਾਂ ਦੇ ਵਕਤੇ ਬਣ ਜਾਂਦੇ ਨੇ, ਅੰਨੇ ਵੇਖਣ ਲੱਗ ਪੈਂਦੇ ਨੇ, ਗੂੰਗੇ ਬੋਲਣ ਲੱਗ ਪੈਂਦੇ ਆ। ਮੂੰਹ ਕੋਚਰਾ ਸ਼ਾਸਤਰ ਖੱਟ, ਕਲਗੀਧਰ ਜੀ ਦੇ ਬਚਨ ਨੇ, ਮੂੰਹ ਕੋਚਰਾ ਹੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ। ਉਹ ਪਿੰਗਲਾ ਸਤਿਗੁਰਾਂ ਦੇ ਸਾਨਮੁਖ ਹੱਥ ਜੋੜ ਕੇ ਉੱਠ ਖਲੋਤਾ। ਹੋਏ ਦੀਨ ਮੁਖ ਗਿਰਾ ਉਚਾਰੀ। ਬੜਾ ਦੀਨ ਤੇ ਵਿਨਿਮਰ ਹੋ ਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ, ਰਾਵਰ ਕੇ ਦਰਸ਼ਨ ਤਨ ਮੇਰਾ। ਮਹਾਰਾਜ ਗਰੀਬ ਨਵਾਜ ਸਾਹਿਬ ਜੀ, ਆਪ ਜੀ ਦੇ ਸੋਹਣੇ ਸੁੰਦਰ ਦਰਸ਼ਨ ਕਰਕੇ ਭਾ ਆਰੋਗ ਦੁੱਖ ਕਟਿਓ ਕਨੇਰਾ। ਮੇਰਾ ਸਰੀਰ ਅਰੋਗ ਹੋ ਗਿਆ ਹੈ, ਮੇਰੇ ਦੁੱਖ ਕੱਟੇ ਗਏ ਹਨ। ਮੋਤੇ ਸੰਗ ਨ ਛੋੜਿਓ ਜਾਈ। ਪਾਤਸ਼ਾਹ ਇਹ ਜੀਵਨ ਤੁਹਾਡਾ ਦਿੱਤਾ ਹੋਇਆ, ਹੁਣ ਇਹ ਜੀਵਨ ਤੁਹਾਡੇ ਲੇਖੇ। ਮਹਾਰਾਜ ਮੈਂ ਤੁਹਾਡਾ ਸੰਗ ਹੁਣ ਨਹੀਂ ਛੱਡਣਾ। ਜਿੱਥੇ ਜਾਓਗੇ ਤੁਹਾਡੇ ਨਾਲ, ਤੁਹਾਡੇ ਚਰਨਾਂ 'ਚ ਰਹਾਂਗਾ। ਇਹ ਜੀਵਨ ਤੁਹਾਡਾ ਦਿੱਤਾ ਹੋਇਆ, ਇਹ ਜੀਵਨ ਹੁਣ ਤੁਹਾਡੇ ਲੇਖੇ ਹੈ। ਮਹਾਰਾਜ
ਮੈਂ ਅੱਜ ਤੋਂ ਬਾਅਦ ਤੁਹਾਡਾ ਸੰਗ ਨਹੀਂ ਤਿਆਗਾਂਗਾ। ਰਾਖੋ ਅਬੇ ਆਪਣੀ ਸ਼ਰਨਾਈ। ਹੇ ਮਿਹਰਬਾਨ ਸਾਹਿਬ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ, ਆਪਣੀ ਪਨਾਹ ਵਿੱਚ ਰੱਖ ਲਓ। ਸੁਨ ਮੁਸਕਾਨੇ ਕਿਰਪਾ ਨਿਦਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਸੁਣ ਕੇ ਮੁਸਕਰਾਏ। ਤੈਸੋ ਇਸ ਬਿਦ ਬਚਨ ਬਖਾਨਾ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਨਗਰ ਬਿਖੈ ਬੂਝੇ ਜੇ ਕੋ। ਪਾਤਸ਼ਾਹ ਕਹਿੰਦੇ ਤੂੰ ਨਗਰ ਵਿੱਚ ਜਾ, ਜੇ ਤੈਨੂੰ ਕੋਈ ਪੁੱਛੇ, ਕਿਸ ਬਿਦ ਤੇਰੇ ਕਰ ਪਗ ਹੋ। ਤੈਨੂੰ ਕੋਈ ਪੁੱਛੇ ਵੀ ਤੇਰੇ ਹੱਥ ਤੇ ਪੈਰ ਸਾਬਤ ਕਿਵੇਂ ਹੋਏ ਨੇ, ਤੇਰਾ ਇਹ ਪਿੰਗਲੇਪਨ ਦਾ ਰੋਗ ਕਿਵੇਂ ਦੂਰ ਹੋਇਆ, ਜਦੋਂ ਤੈਨੂੰ ਲੋਕ ਪੁੱਛਣ, ਕਹੀਏ ਸੋ ਸੁਹਾਗਣ ਦੀਨਾ। ਤੂੰ ਆਖੀਂ ਕਿ ਮੇਰਾ ਇਹ ਰੋਗ 100 ਸੁਹਾਗਣ ਨੇ ਦੂਰ ਕੀਤਾ। ਗਰੀਬ ਨਵਾਜ ਪਾਤਸ਼ਾਹ ਪਰਉਪਕਾਰੀ ਕਰਨ ਵਾਸਤੇ ਆਏ ਨੇ। ਜਿਹੜਾ 100 ਸੁਹਾਗਣ ਰੁਲਦਾ ਫਿਰਦਾ ਸੀ ਗਲੀਆਂ 'ਚ, ਪਛਤਾਉਂਦਾ ਸੀ ਮੇਰੇ ਕੋਲੋਂ ਗੁਨਾਹ ਹੋਇਆ, ਤੇ ਗਰੀਬ ਨਵਾਜ ਪਾਤਸ਼ਾਹ ਉਹਦਾ ਸਨਮਾਨ ਮੁੜ ਉਸ ਨਗਰ ਵਿੱਚ ਬਹਾਲ ਕਰਨ ਵਾਸਤੇ ਪਹੁੰਚੇ ਨੇ। ਦਿਆਲੂ ਜੋ ਨੇ, ਵਡਿਆਈ ਮੇਰੇ ਸਾਹਿਬ ਦੇ ਹੱਥ ਵਿੱਚ ਹੈ। ਜਦੋਂ ਉਹਦੇ ਡੇਰੇ ਤੋਂ ਮੂੰਹ ਫੇਰਿਆ ਸੀ, ਉਹਦੀ ਵਡਿਆਈ ਵੀ ਨਾਲ ਹੀ ਲੈ ਗਏ ਸੀ। ਹੁਣ ਜਦੋਂ ਮੁਖ ਫੇਰ ਕੇ ਉਹਦੇ ਵੱਲ ਆਏ ਨੇ ਤੇ ਉਹਦੀ ਵਡਿਆਈ ਵੀ ਉਹਦੇ ਨਾਲ ਹੀ ਲੈ ਆਏ ਨੇ। ਕਰਤੇ ਹੱਥ ਵਡਿਆਈਆਂ ਜੈ ਭਾਵੈ ਤਾਂ ਦੇ। ਵਡਿਆਈਆਂ ਮੇਰੇ ਮਾਲਕ ਦੇ ਹੱਥ ਵਿੱਚ ਨੇ। ਤੋ ਪਾਤਸ਼ਾਹ ਨੇ ਬਖਸ਼ਣੀ ਸੀ ਵਡਿਆਈ। ਤੋ ਗਰੀਬ ਨਵਾਜ ਕਹਿੰਦੇ ਜੇ ਤੈਨੂੰ ਕੋਈ ਪੁੱਛੇ ਵੀ ਤੈਨੂੰ ਠੀਕ ਕਿਹਨੇ ਕੀਤਾ, ਤੂੰ ਨਗਰ ਵਿੱਚ ਇਹ ਆਖਣਾ ਵੀ ਮੈਨੂੰ 100 ਸੁਹਾਗਣ ਨੇ ਠੀਕ ਕੀਤਾ। ਅਸਲ ਵਿੱਚ ਗੁਰੂ ਪਾਤਸ਼ਾਹੀ 100 ਨੇ, ਤੇ ਉਸ 100 ਨਾਲ ਮਿਲੀ ਹੋਈ ਉਹ 100 ਦੇ ਸੁਹਾਗਣ ਵੀ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਆਪ ਹੀ ਨੇ। ਹੁਣ ਕੋਈ ਇੱਥੇ ਆਖੇ ਵੀ ਗੁਰੂ ਸਾਹਿਬ ਕੋਈ ਇੱਥੇ ਝੂਠ ਪਏ ਬੋਲਦੇ ਆ, ਵੀ ਆਖੀ ਵੀ 100 ਸੁਹਾਗਣ ਨੇ ਠੀਕ ਕੀਤਾ। ਸਤਿਗੁਰੂ ਜੀ 100 ਸੁਹਾਗਣ ਹੀ ਨੇ। ਪਾਤਸ਼ਾਹ ਨੇ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਸੁਹਾਗਣ ਹੀ ਕਿਹਾ ਕਿ ਮੈਂ ਉਸ ਕੰਤਪਤੀ ਪਰਮਾਤਮਾ ਦੀ ਸੁਹਾਗਣ ਹਾਂ। ਇਸ ਕਰਕੇ ਇੱਥੇ ਕਿਸੇ ਪ੍ਰਕਾਰ ਦੀ ਦੁਬਿਧਾ ਵਿੱਚ ਨਹੀਂ ਪੈਣਾ। ਤੋ ਪਾਤਸ਼ਾਹ ਨੇ ਜਦੋਂ ਇਹ ਬਚਨ ਕਹੇ ਵੀ ਤੂੰ ਕਹੀਂ ਕਿ 100 ਸੁਹਾਗਣ ਨੇ ਤੈਨੂੰ ਠੀਕ ਕੀਤਾ, ਲੂਲੇ ਤੇ ਕਰ ਪਗ ਸ਼ੁਭ ਕੀਨਾ। 100 ਸੁਹਾਗਣ ਨੇ ਮੇਰੇ ਹੱਥ ਤੇ ਪੈਰ ਸਾਬਤ ਕਰ ਦਿੱਤੇ ਹਨ। ਆਯਸਮਾਨ ਗੁਰੂ ਕੀ ਸੋ। ਇਹਨੇ ਗੁਰੂ ਪਾਤਸ਼ਾਹ ਦੀ ਆਗਿਆ ਮੰਨੀ। ਕਹਿੰਦਾ ਮਹਾਰਾਜ ਆਪ ਜੀ ਦਾ ਗੋਲਾ ਹਾਂ, ਜੋ ਆਪ ਜੀ ਦਾ ਹੁਕਮ ਉਹ ਮੇਰੇ ਸਿਰ ਮੱਥੇ ਹੈ। ਗਇਓ ਨਗਰ ਬੂਝੇ ਜੇ ਕੋ। ਨਗਰ ਵਿੱਚ ਗਿਆ, ਹੁਣ ਉਸੇ ਨਗਰ ਦਾ ਵਸਿੰਦਾ ਸੀ। ਲੋਕਾਂ ਨੇ ਪਛਾਣਿਆ ਵੀ ਇਹ ਤਾਂ ਲੂਲਾ ਸੀ, ਪਿੰਗਲਾ ਸੀ। ਇਹਨੂੰ ਇਹ ਸਰੀਰ ਬਿਲਕੁਲ ਇਹਦਾ ਠੀਕ ਠਾਕ ਹੋ ਗਿਆ। ਲੋਕ ਇਹਨੂੰ ਪੁੱਛਣ ਲੱਗੇ, ਲੂਲੇ ਤੈਂ ਕਰ ਪਗ ਕਿਤ ਪਾਏ। ਕਹਿੰਦੇ ਉਹ ਪਿੰਗਲਿਆ ਤੇਰੇ ਹੱਥ ਪੈਰ ਕਿਵੇਂ ਠੀਕ ਹੋ ਗਏ, ਤੈਨੂੰ ਇਹ ਹੱਥ ਪੈਰ ਸਾਬਤ ਕਿੱਥੋਂ ਮਿਲ ਗਏ। ਸੋ ਸੁਨਤਾ ਕੋ ਦੇਤ ਬਤਾਏ। ਇਹ ਸੁਣ ਕੇ ਉਹਨਾਂ ਪਿੰਡ ਵਾਲਿਆਂ ਨੂੰ ਦੱਸਦਾ, ਸੋ ਸੁਹਾਗਣ ਕਰੁਣਾ ਕੀਨੀ। ਕਹਿੰਦਾ ਜੀ ਮੇਰੇ ਤੇ 100 ਸੁਹਾਗਣ ਨੇ ਕਿਰਪਾ ਕੀਤੀ। 100 ਸੁਹਾਗਣ ਜੀ ਨੇ, ਉਹ ਤਾਂ ਹੁਣ ਗੁਰੂ ਨਾਨਕ ਸਾਹਿਬ ਨੂੰ ਹੀ ਕਹਿ ਰਿਹਾ 100 ਸੁਹਾਗਣ। ਕਹਿੰਦਾ ਜੀ ਮੇਰੇ ਤੇ 100 ਸੁਹਾਗਣ ਨੇ ਕਿਰਪਾ ਕੀਤੀ ਹੈ। ਦੇਹ ਅਰੋਗ ਤੁਰਤ ਕਰ ਦੀਨੀ। ਮੇਰੀ ਇਹ ਦੇਹ ਤੁਰਤ ਫੁਰਤ ਉਹਨਾਂ ਨੇ ਅਰੋਗ ਕਰ ਦਿੱਤੀ ਹੈ। ਸੁਨ ਕੇ ਲੋਕਨ ਅਚਰਜ ਮਾਨਾ। ਜਦੋਂ ਲੋਕ ਸੁਣਦੇ 100 ਸੁਹਾਗਣ ਦਾ ਨਾਂ, ਇੱਕਦਮ ਸੁਣ ਕੇ ਹੱਕੇ ਬੱਕੇ ਰਹਿ ਜਾਂਦੇ, ਅਸਚਰਜ ਹੋ ਜਾਂਦੇ, ਹੈਰਾਨ ਹੋ ਜਾਂਦੇ। ਸਗਲੇ ਪੁਰ ਤਿਨ ਕੀਨ ਪਿਆਨਾ। ਉਹ ਹੁਣ ਕੱਲੀ ਕੱਲੀ ਗਲੀ 'ਚ ਜਾਂਦਾ, ਕੱਲੇ ਕੱਲੇ ਬਾਜ਼ਾਰ 'ਚ ਜਾ ਕੇ ਕਹਿੰਦਾ ਮੈਨੂੰ 100 ਸੁਹਾਗਣ ਨੇ ਠੀਕ ਕਰ ਦਿੱਤਾ। ਕੱਲੇ ਕੱਲੇ ਬਾਜ਼ਾਰ ਵਿੱਚ ਜਿਹੜਾ ਕੋਈ ਪੁੱਛਦਾ ਉਹਨੂੰ ਦੱਸਦਾ, ਕਹਿਤ ਕਹਿਤ ਤੈਂ ਕੇ ਟਿਗ ਆਇਓ। ਇਹ ਕਹਿੰਦਾ ਕਹਿੰਦਾ ਸਾਰੇ ਗਲੀਆਂ ਬਾਜ਼ਾਰਾਂ 'ਚ ਫਿਰਦਾ। ਜਿਹੜਾ ਉਹ ਪਖੰਡੀ 100 ਸੁਹਾਗਣ ਸੀ,
ਇਹ ਉਹਦੇ ਕੋਲ ਚੱਲ ਕੇ ਪਹੁੰਚ ਗਿਆ ਸੋ ਸੁਹਾਗਣ ਜੋਨ ਕਹਾਇਓ। ਜਿਹੜਾ ਆਪਣੇ ਆਪ ਨੂੰ ਕੱਲਾ ਨਾਂ ਦਾ ਹੀ 100 ਸੁਹਾਗਣ ਕਹਾਉਂਦਾ ਸੀ, ਉੱਥੇ ਹੀ ਗਲੀਆਂ ਬਾਜ਼ਾਰਾਂ 'ਚ ਉਹ ਵੀ ਰੁਲਦਾ ਫਿਰਦਾ ਸੀ। ਇਹ ਪਿੰਗਲਾ ਚੱਲ ਕੇ ਉਹਦੇ ਕੋਲ ਪਹੁੰਚ ਗਿਆ। ਸੁਨ ਕਰ ਬੂਜਤ ਕੈ ਥਲ ਸੋ। ਉਹ ਪੁੱਛਣ ਲੱਗਾ, ਕਹਿਣ ਲੱਗਾ ਵੀ 100 ਸੁਹਾਗਣ ਤਾਂ ਮੈਂ ਆ, ਵੀ ਮੈਂ ਤਾਂ ਤੈਨੂੰ ਹੁਣ ਮਿਲਿਆ, ਸੱਚੋ ਸੱਚ ਦੱਸ ਵੀ ਤੈਨੂੰ ਅਰੋਗ ਕਿਹਨੇ ਕੀਤਾ? ਉਹ ਕਹਿਣ ਲੱਗਾ ਵੀ ਤੂੰ ਤਾਂ ਨਾਂ ਦਾ ਹੀ 100 ਸੁਹਾਗਣ ਹੈ, ਅਸਲ ਵਿੱਚ 100 ਸੁਹਾਗਣ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਆਏ ਨੇ, ਮੈਨੂੰ ਉਹਨਾਂ ਨੇ ਅਰੋਗ ਕੀਤਾ। ਇਹ ਪੁੱਛਦਾ ਵੀ ਉਹ ਕਿਹੜੀ ਜਗ੍ਹਾ ਤੇ ਹਨ? ਜਾਏ ਤੋਰ ਦੁਖ ਦੀਨੋ ਖੋ। ਕਹਿੰਦਾ ਕਿੱਥੇ ਨੇ ਉਹ ਜਿਨ੍ਹਾਂ ਨੇ ਤੇਰਾ ਦੁੱਖ ਤੋੜਿਆ, ਜਿਨ੍ਹਾਂ ਨੇ ਤੇਰਾ ਰੋਗ ਭੰਨਿਆ ਹੈ? ਕਹੇ ਸੋ ਚਲੋ ਮੋਰ ਤੁਮ ਸੰਗਾ। ਕਹਿੰਦਾ ਚੱਲ ਤੈਨੂੰ ਲੈ ਚੱਲਾਂ, ਮੈਂ ਤੇਰੇ ਨਾਲ ਟੁਰਦਾ ਉਹਨਾਂ ਕੋਲ ਲੈ ਕੇ। ਦਰਸਾਵੋ ਜੈ ਕੀਏ ਦੁਖ ਭੰਗਾ। ਚੱਲ ਮੈਂ ਜਿੱਥੇ ਮੇਰਾ ਉਹਨਾਂ ਨੇ ਦੁੱਖ ਭੰਨਿਆ ਉੱਥੇ ਹੀ ਬੈਠੇ ਨੇ, ਮੈਂ ਤੈਨੂੰ ਉਹਨਾਂ ਦੇ ਦਰਸ਼ਨ ਕਰਵਾਉਂਦਾ ਹਾਂ। ਸੋ ਸੁਹਾਗਣ ਅਚਰਜ ਮਾਨਿਓ। 100 ਸੁਹਾਗਣ ਬੜਾ ਅਸਚਰਜ ਹੋਇਆ, ਹੈਰਾਨ ਹੋਇਆ। ਦਰਸ਼ਨ ਕਰਨੇ ਹੇਤ ਲੁਭਾਨਿਓ। ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਨ 'ਚ ਲਾਲਸਾ ਪੈਦਾ ਹੋਈ। ਸੰਗ ਚਲਿਓ ਸ਼੍ਰੀ ਗੁਰ ਟਿਗ ਆਏ। ਉਸੇ ਪਿੰਗਲੇ ਦੇ ਨਾਲ ਨਾਲ 100 ਸੁਹਾਗਣ ਟੁਰ ਪਿਆ ਤੇ ਚੱਲ ਕੇ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਦ્વੈ ਲੋਚਨ ਮੈਂ ਕਰੁਣਾ ਛਾਏ। ਮੇਰੇ ਸਾਹਿਬ ਦੇ ਦੋਨਾਂ ਨੇਤਰਾਂ 'ਚ ਕਰੁਣਾ ਦਾ ਰਸ ਹੈ, ਦਇਆ ਦੇ ਨਾਲ ਸਤਿਗੁਰਾਂ ਦੇ ਨੇਤਰ ਭਰੇ ਹੋਏ ਨੇ। ਦੋਹਰਾ ਸੋ ਸੁਹਾਗਣ ਦਰਸ ਕਰ ਜਾਣੇ ਸੋ ਦਰਵੇਸ਼। 100 ਸੁਹਾਗਣ ਨੇ ਦਰਸ਼ਨ ਕੀਤੇ, ਇਹਨੂੰ ਪਤਾ ਲੱਗਾ, ਇਹਨੇ ਜਾਣਿਆ ਇਹ ਉਹੀ ਦਰਵੇਸ਼ ਨੇ ਜਿਹੜੇ ਉਸ ਦਿਨ ਪਹਿਲੋਂ ਇੱਕ ਵਾਰ ਮੈਨੂੰ ਦਰਸ਼ਨ ਦੇਣ ਆਏ ਸਨ। ਮੈਂ ਆਪਣੇ ਕੁਕਰਮਾਂ ਕਰਕੇ ਇਹਨਾਂ ਨੂੰ ਨਹੀਂ ਮਿਲਿਆ। ਇਹਨੂੰ ਸਮਝ ਆਈ 100 ਸੁਹਾਗਣ ਨੂੰ, ਯਾਦ ਆਇਆ ਇਹ ਤਾਂ ਉਹੀ ਦਰਵੇਸ਼ ਹਨ। ਦਰ ਪਰ ਮੇਰੇ ਜੋ ਮੂਰੇ ਸੋ ਖੁਦਾਏ ਜਗਤੇਸ਼। ਜਿਹੜੇ ਮੇਰੇ ਦਰਵਾਜ਼ੇ ਤੋਂ ਮੁੜ ਗਏ ਸਨ ਮੁਖ ਫੇਰ ਕੇ, ਇਹਨਾਂ ਦੇ ਮੁਖ ਫੇਰਨ ਦੀ ਦੇਰੀ ਸੀ, ਮੇਰਾ ਸਭ ਕੁਝ ਹੀ ਲੁੱਟਿਆ ਗਿਆ, ਸਭ ਕੁਝ ਹੀ ਤਬਾਹ ਹੋ ਗਿਆ, ਖੋਇਆ ਗਿਆ। ਇਹ ਉਹੀ ਦੀਨ ਦੁਨੀਆ ਦੇ ਸੁਆਮੀ ਤੇ ਮਾਲਕ ਹਨ। ਜੋ ਪਈ ਮੋਰ ਪਖੰਡ ਤਜਾਵਨ ਆਇਓ। ਇਹ ਮੇਰਾ ਪਖੰਡ ਤਜਾਣ ਆਏ ਸਨ, ਇਹ ਆਏ ਸਨ ਮੇਰੇ ਪਖੰਡ ਨੂੰ ਦੂਰ ਕਰਨ ਵਾਸਤੇ। ਇਸ ਵਿਦ ਜਾਨ ਚਰਨ ਲਪਟਾਇਓ। ਥੋੜੇ ਮੇਰੇ ਤੇ ਰਹਿਮ ਕਰਨ ਆਏ ਨੇ, ਮੇਰੇ ਤੇ ਤਰਸ ਕਰਨ ਆਏ ਨੇ। ਇਹਨਾਂ ਦਾ ਬਿਰਧ ਹੈ ਤਰਸ ਕਰਨਾ, ਦਇਆ ਕਰਨੀ ਮੇਰੇ ਜੇ ਪਤਤਾਂ ਤੇ ਪਾਪੀਆਂ ਤੇ। ਮੇਰੇ ਤੇ ਅੱਜ ਤਰਸ ਕਰਕੇ ਮੈਨੂੰ ਨਿਵਾਜਣ ਲਈ, ਬਖਸ਼ਣ ਲਈ ਬਖਸ਼ੰਦ ਹਰੀ ਹੋ ਕੇ ਆਏ ਹਨ। ਦੀਨ ਪਇਓ ਨਾ ਉਠਾਵਤ ਸੀਸਾ। ਮਹਾਰਾਜ ਜੀ ਦੇ ਚਰਨਾਂ ਤੇ 100 ਸੁਹਾਗਣ ਡਿੱਗ ਪਿਆ, ਪਾਤਸ਼ਾਹ ਦੇ ਚਰਨਾਂ ਤੇ ਸਿਰ ਧਰਿਆ 100 ਸੁਹਾਗਣ ਨੇ। ਗੁਰਦੇਵ ਦੇ ਸੋਹਣੇ ਚਰਨਾਂ ਦੇ ਉੱਤੇ ਮੱਥਾ ਟਿਕਾਇਆ ਹੋਇਆ। ਮਨ ਨਹੀਂ ਕਰਦਾ ਕਿ ਆਪਣਾ ਇਹ ਸਿਰ ਸਾਹਿਬ ਦੇ ਚਰਨਾਂ ਤੋਂ ਉੱਪਰ ਚੁੱਕਾਂ। ਚਿੱਤ ਕਰਦਾ ਇਹਨਾਂ ਚਰਨਾਂ ਵਿੱਚ ਹੀ ਇਹ ਸੀਸ ਟਿਕਿਆ ਰਹੇ ਔਰ ਜੁਗਾਂ ਜੁਗਾਂ ਦਾ ਸਮਾਂ ਬੀਤ ਜਾਏ ਔਰ ਇਹ ਸਿਰ ਸਾਹਿਬ ਦੇ ਨਾ ਚਰਨਾਂ ਤੋਂ ਰੰਚਕ ਭਰ ਵੀ ਨਾ ਹਿੱਲੇ। ਏਦਾਂ ਦੀ ਭਾਵਨਾ 100 ਸੁਹਾਗਣ ਦੇ ਹਿਰਦੇ 'ਚ ਬਣੀ ਹੋਈ ਹੈ। ਕਰਤ ਬਿਨੈ ਤੁਮ ਹੋ ਜਗਦੀਸ਼ਾ। ਬੇਨਤੀ ਕਰਦਾ ਹੈ ਮਹਾਰਾਜ, ਤੁਸੀਂ ਜਗਤ ਦੇ ਈਸ਼ ਹੋ, ਸਾਰੇ ਜਗਤ ਦੇ ਮਾਲਕ ਹੋ, ਸਾਰੇ ਜਗਤ ਦੇ ਸੁਆਮੀ ਹੋ। ਅਫਵਲ ਗੁਨੇ ਕਰੋ ਅਬ ਮੋਰਾ। ਮਹਾਰਾਜ ਕਿਰਪਾ ਕਰੋ, ਮੇਰੇ ਗੁਨਾਹ ਬਖਸ਼ ਦਿਓ। ਮੇਰੇ ਜਿਤਨੇ ਗੁਨਾਹ ਹਨ ਜੋ ਮੈਂ ਕੀਤੇ ਹਨ, ਹੇ ਬਖਸ਼ੰਦ ਹਰੀ, ਆਪ ਦੀ ਕਿਰਪਾ ਕਰਕੇ ਮੇਰੇ ਗੁਨਾਹ ਬਖਸ਼ ਲਵੋ। ਓ ਸਾਹਿਬ
ਮੈਂ ਰਾਵਰ ਚੇਰਾ। ਮਹਾਰਾਜ ਤੁਸੀਂ ਮੇਰੇ ਸਾਹਿਬ ਹੋ, ਮੈਂ ਤੁਹਾਡਾ ਚੇਰਾ ਹਾਂ, ਮੈਂ ਤੁਹਾਡਾ ਦਾਸ ਹਾਂ, ਤੁਸੀਂ ਮੇਰੇ ਸੁਆਮੀ ਹੋ। ਓ ਅਦਮੰ ਤੂੰ ਅਦਮੇ ਉਦਾਹਰਨ। ਮਹਾਰਾਜ ਮੈਂ ਨੀਚ ਹਾਂ, ਅਦਮ ਕਹਿੰਦੇ ਨੇ ਨੀਚ ਨੂੰ। ਮਹਾਰਾਜ ਮੈਂ ਨੀਚ ਹਾਂ ਤੇ ਤੁਸੀਂ ਮੇਰੇ ਜੇ ਨੀਚਾਂ ਨੂੰ ਸੰਭਾਲਣ ਵਾਲੇ ਹੋ। ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਨੀਚ ਸੰਭਾਲੇ ਜਾਂਦੇ ਹਨ। ਮੈਂ ਨੀਚ ਹਾਂ, ਤੁਸੀਂ ਮੇਰੇ ਜੇ ਨੀਚਾਂ ਨੂੰ ਉਧਾਰਨੇ ਵਾਲੇ ਹੋ। ਭਾ ਅਵਤਾਰ ਜਗਤ ਕੋ ਤਾਰਨ। ਮਹਾਰਾਜ ਤੁਹਾਡਾ ਪ੍ਰਕਾਸ਼ ਹੀ ਇਸ ਕਰਕੇ ਹੋਇਆ ਸੰਸਾਰ ਵਿੱਚ ਕਿ ਤੁਸੀਂ ਜਗਤ ਦੇ ਜੀਵਾਂ ਨੂੰ, ਅਸਬਾਦ ਜੈਸੇ ਜੀਵਾਂ ਨੂੰ ਪਾਰ ਉਤਾਰਨੇ ਵਾਸਤੇ ਸੰਸਾਰ ਵਿੱਚ ਆਏ ਹੋ। ਆਪ ਛਪਾਏ ਮੁਝੇ ਵਡਿਆਈ। ਮਹਾਰਾਜ ਤੁਹਾਡਾ ਪ੍ਰਕਾਸ਼ ਹੀ ਇਸ ਕਰਕੇ ਹੋਇਆ ਕਿ ਤੁਸੀਂ ਜੀਵਾਂ ਨੂੰ ਤਾਰਨ ਆਇਓ। ਕਲ ਕੇ ਸਭ ਦੁਖ ਨਿਵਾਰਨ ਕੋ ਭਵ ਤਾਰਨ ਕੋ ਜਗ ਭੀਤਰ ਆਏ। ਮਹਾਰਾਜ ਤੁਸੀਂ ਭਵ ਜੀਵਾਂ ਨੂੰ ਤਾਰਨ ਆਏ ਹੋ ਸੰਸਾਰ ਤੋਂ। ਮਹਾਰਾਜ ਮੈਨੂੰ ਨੀਚ ਨੂੰ ਵਡਿਆਈ ਦੇਣ ਵਾਸਤੇ, ਮੈਨੂੰ ਇੱਜ਼ਤ ਤੇ ਸਨਮਾਨ ਦੇਣ ਵਾਸਤੇ। ਤੁਮ ਦੇਵਤ ਏ ਬਿਰਦ ਸਦਾਈ। ਇਹ ਆਪ ਜੀ ਨੇ ਖੇਡ ਰਚੀ, ਇਸ ਪਿੰਗਲੇ ਨੂੰ ਤੁਸੀਂ ਨਿਰੋਆ ਕੀਤਾ, ਰੋਗ ਕੀਤਾ। ਵਡਿਆਈ ਮੇਰੇ ਨਾਂ ਨੂੰ ਦੇ ਦਿੱਤੀ ਹੈ ਗਰੀਬ ਨਵਾਜ, ਔਰ ਇਹ ਬਿਰਦ ਤੁਹਾਡਾ ਜੁਗਾਂ ਜੁਗਾਂ ਤੋਂ ਹੈ। ਕਰਨ ਕਰਾਉਣ ਵਾਲੇ ਤੁਸੀਂ ਆਪ ਹੋ। ਵਡਿਆਈਆਂ ਆਪਣਿਆਂ ਦਾਸਾਂ ਤੇ ਸੇਵਕਾਂ ਨੂੰ ਬਖਸ਼ ਦਿੰਦੇ ਹੋ। ਇਹ ਤੁਹਾਡਾ ਬਿਰਦ ਹੈ, ਜੁਗਾਂ ਜੁਗਾਂ ਦਾ ਬਿਰਦ ਹੈ। ਕਰਦੇ ਤੁਸੀਂ ਹੋ, ਕਰਾਉਂਦੇ ਤੁਸੀਂ ਹੋ ਸਭ ਕੁਝ, ਪਰ ਵਡਿਆਈ ਆਪਣਿਆਂ ਸੇਵਕਾਂ ਤੇ ਆਪਣਿਆਂ ਜਨਾਂ ਨੂੰ ਬਖਸ਼ ਦਿੰਦੇ ਹੋ। ਰਹਿਮਤ ਤਾਂ ਗੁਰੂ ਅਰਜਨ ਦੇਵ ਸਾਹਿਬ ਨੇ ਕਰ ਦਿੱਤੀ ਮਾਤਾ ਗੰਗਾ ਜੀ ਤੇ, ਪਰ ਵਡਿਆਈ ਜੁਗਾਂ ਜੁਗਾਂ ਵਾਸਤੇ ਆਪਣੇ ਪਰਮ ਸੇਵਕ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ ਦਿੱਤੀ। ਇਹ ਮੇਰੇ ਸਾਹਿਬ ਦਾ ਆਦ ਜੁਗਾਦੀ ਬਿਰਦ ਹੈ। ਇਹ ਕਹਿ ਰਿਹਾ ਮਹਾਰਾਜ ਇਹੀ ਤੁਹਾਡਾ ਬਿਰਦ ਹੈ, ਆਦ ਜੁਗਾਦੀ ਬਿਰਦ ਹੈ। ਗੁਰੂ ਕਹੇ ਐਸੇ ਅਬ ਜਾਨੋ। ਸਤਿਗੁਰੂ ਜੀ ਕਹਿਣ ਲੱਗੇ ਸੌ ਸੁਹਾਗਣ, ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਹੁਣ ਜਾਣ ਲੈ। ਸ਼ੌਰਵਿਆ ਸਭ ਮਾਏ ਪਛਾਨੋ। ਕਿ ਜਿਹੜਾ ਉਹ ਸੌ ਹੈ ਨਾ, ਸੌ ਉਹ ਪਤੀ, ਉਹ ਪਰਮੇਸ਼ਰ। ਸਹੋ ਦਾ ਮਤਲਬ ਹੁੰਦਾ ਪਤੀ। ਉਹ ਜਿਹੜਾ ਪਤੀ ਪਾਰ ਬ੍ਰਹਮ ਪਰਮੇਸ਼ਵਰ ਹੈ, ਉਹ ਸਰਬ ਥਾਈ ਰਮਿਆ ਹੋਇਆ। ਸਰਬ ਥਾਈ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਉਹ ਨਾ ਰਮਿਆ ਹੋਵੇ। ਉਹ ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਰਮਿਆ ਹੋਇਆ। ਇਹ ਜਾਣ ਲੈ ਤੂੰ ਆਪਣੇ ਮਨ ਵਿੱਚ। ਦੋਹਰਾ ਸਭ ਕੋ ਦਰਸ਼ਨ ਦੀਜੀਏ, ਸਭ ਕੋ ਦਰਸ਼ਨ ਲਿਓ। ਪਾਤਸ਼ਾਹ ਕਹਿੰਦੇ ਸੌ ਸੁਹਾਗਣ, ਅੱਜ ਤੋਂ ਬਾਅਦ ਸਾਰਿਆਂ ਨੂੰ ਦਰਸ਼ਨ ਦਿਆ ਕਰ। ਆਪਣੇ ਸਥਾਨ ਤੇ ਬਹਿ ਕੇ ਜਿਹੜਾ ਤੇਰਾ ਘਰ ਹੈ, ਪੜਾ ਹੈ, ਸਭ ਨੂੰ ਦਰਸ਼ਨ ਦਿਆ ਕਰ ਔਰ ਸਭ ਦੇ ਦਰਸ਼ਨ ਕਰਿਆ ਕਰ ਤੇ ਸਭ ਵਿੱਚ ਸੌ ਨੂੰ ਵੇਖਿਆ ਕਰ। ਸਦਾ ਬੰਦਗੀ ਕੀਜੀਏ, ਮਨ ਖੁਦਾਏ ਮੈਂ ਦਿਓ। ਔਰ ਸਦਾ ਬੰਦਗੀ ਕਰਨੀ ਹੈ, ਆਪਣਾ ਮਨ ਉਸ ਖੁਦਾਵੰਦ ਕਰੀਮ ਦੇ ਚਰਨਾਂ ਨਾਲ ਜੋੜ ਕੇ ਰੱਖਣਾ। ਉਸ ਖੁਦਾਵੰਦ ਵਾਹਿਗੁਰੂ ਨਾਲ, ਵਿਧਾਤੇ ਨਾਲ, ਪਰਮੇਸ਼ਰ ਨਾਲ ਆਪਣਾ ਮਨ ਜੋੜ ਕੇ ਸदैवी ਉਹਦੀ ਬੰਦਗੀ ਕਰਨੀ ਹੈ। ਚੋਪਈ ਮਾਨੇ ਹਿਤ ਸੋ ਗੁਰ ਕੀ ਬੈਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬਚਨ ਸੌ ਸੁਹਾਗਣ ਨੇ ਬੜੇ ਹਿੱਤ ਨਾਲ ਪ੍ਰਵਾਨ ਕੀਤੇ ਮੰਨੇ। ਸੋ ਬਖਸ਼ਾਏ ਗਇਓ ਨਿਜ ਐਨਾ। ਆਪਣੀਆਂ ਭੁੱਲਾਂ ਬਖਸ਼ਾ ਕੇ ਸੌ ਸੁਹਾਗਣ ਗੁਰਦੇਵ ਦੀ ਕਿਰਪਾ ਪ੍ਰਾਪਤ ਕਰਕੇ ਆਪਣੇ ਸਥਾਨ ਤੇ ਚਲਾ ਗਿਆ। ਪਇਓ ਮੁਰੀਦ ਗੁਰੂ ਕਾ ਸੋਈ। ਔਰ ਇਹ ਸਤਿਗੁਰਾਂ ਦਾ ਮੁਰੀਦ ਹੋ ਗਿਆ, ਮਹਾਰਾਜ ਜੀ ਦੇ ਚਰਨਾਂ ਦਾ ਸੇਵਕ ਹੋ ਗਿਆ। ਨਗਰ ਵਿਖੇ ਮਨਤਾ ਪੁੰਨ ਹੋਈ। ਜਿਹਦੀ ਕੁਝ ਸਮਾਂ ਪਹਿਲਾਂ ਨਿੰਦਾ ਪਈ ਹੁੰਦੀ ਸੀ ਨਗਰ 'ਚ, ਗੁਰੂ ਸਾਹਿਬ ਦਾ ਸੇਵਕ ਹੋਇਆ।
ਕਹਿੰਦੇ ਉਸੇ ਨਗਰ ਵਿੱਚ ਫਿਰ ਮਨਤਾ ਹੋਣ ਲੱਗ ਪਈ, ਫਿਰ ਵਡਿਆਈ ਹੋਣ ਲੱਗ ਪਈ। ਲੂਲਾ ਕਹਿਤ ਭਇਓ ਸਭ ਥਾਏ, ਕਿਉਂਕਿ ਉਹ ਜਿਹੜਾ ਪਿੰਗਲਾ ਸੀ ਉਹ ਸਾਰੀਆਂ ਥਾਵਾਂ ਤੇ ਹੀ ਕਹਿੰਦਾ ਫਿਰਦਾ ਸੀ ਸੋ ਸੁਹਾਗਣ ਤੇ ਪਗ ਪਾਏ, ਕਿ ਮੈਨੂੰ ਇਹ ਹੱਥ ਪੈਰ 100 ਸੁਹਾਗਣ ਨੇ ਬਖਸ਼ੇ ਹਨ। ਸਰਬ ਲੋਕ ਤਬ ਨਿਸ਼ਚਾ ਕੀਨੋ, ਲੋਕਾਂ ਨੇ ਆਪਣੇ ਮਨ ਵਿੱਚ ਆਪਣੇ ਹਿਰਦੇ 'ਚ ਇਹ ਨਿਸ਼ਚਾ ਕਰ ਲਿਆ। ਸੋ ਆਵਤ ਇਸ ਢਿਗ ਮਨ ਚੀਨੋ, ਕਹਿੰਦੇ ਨਹੀਂ, ਉਹ ਜਿਹੜੇ ਚੋਰ ਆਏ ਸੀ ਨਾ ਧਾੜ ਵੀ ਉਹ ਝੂਠੇ ਸੀ। ਕਹਿੰਦੇ ਇਹਦੇ ਕੋਲ ਵਾਕਈ 100 ਆਉਂਦਾ, ਵਾਕਈ 100 ਆਉਂਦਾ। ਤੇ ਜਦੋਂ ਇਹਨੂੰ ਆ ਕੇ ਕਹਿੰਦੇ 100 ਸੁਹਾਗਣ ਜੀ ਤੁਹਾਡੇ ਕੋਲ 100 ਆਉਂਦਾ, ਸਾਨੂੰ ਨਿਸ਼ਚਾ ਹੋ ਗਿਆ। ਤੇ 100 ਸੁਹਾਗਣ ਅੱਗੋਂ ਕਹਿੰਦਾ ਪਹਿਲਾਂ ਤਾਂ ਪਖੰਡੀ ਸੀ ਬਈ, ਅਸਲ ਵਿੱਚ 100 ਅੱਜ ਆਇਆ ਜਿਹਨੇ ਆ ਕੇ ਦਰਸ਼ਨ ਦੇ ਕੇ ਮੈਨੂੰ ਵਾਸਤਵਿਕ ਰੂਪ ਵਿੱਚ 100 ਸੁਹਾਗਣ ਬਣਾ ਦਿੱਤਾ। ਸਤਿ ਸ੍ਰੀ ਅਕਾਲ। ਆਇਆ ਸੀ ਇੱਕ ਵਾਰ ਪਹਿਲੋਂ ਵੀ, ਮੇਰਾ ਉਹ 100 ਮੇਰੇ ਦਰਵਾਜ਼ੇ ਤੋਂ ਮੁੜ ਗਿਆ ਸੀ। ਤੇ ਜਦੋਂ ਮੇਰਾ 100 ਮੇਰੇ ਦਰਾਂ ਤੋਂ ਪਰਤ ਗਿਆ ਸੀ ਤੇ ਮੇਰੀ ਦਸ਼ਾ ਤੁਸਾਂ ਨੇ ਵੇਖੀ ਹੈ ਕੀ ਹੋਈ ਹੈ। ਅੱਜ ਉਹ ਮੇਰਾ 100 ਵਾਪਸ ਪਰਤਿਆ ਤੇ ਪਰਤ ਕੇ ਮੈਨੂੰ ਕਿਰਤਾਰਥ ਕਰ ਗਿਆ ਹੈ। ਨਗਰ ਦੇ ਲੋਕ ਇਹਦੀ ਵਡਿਆਈ ਕਰਦੇ ਹਨ, ਇਹਦੀ ਸੋਭਾ ਕਰਦੇ ਹਨ। ਉਨ ਚੰਡੇ ਰਾਖੇ ਨਿਜ ਥਾਨਾ, ਫਿਰ ਮੇਲਾ ਲੱਗ ਗਿਆ ਇਹਦੇ ਡੇਰੇ ਤੇ। ਫਿਰ ਝੰਡੇ ਕਹਿੰਦੇ ਦਰਵਾਜ਼ਿਆਂ ਦੇ ਉੱਤੇ ਝੰਡੇ ਲੱਗ ਗਏ। ਨੋਬਤ ਬਾਜਨ ਲਗੇ ਨਿਸ਼ਾਨਾ, ਦਰਵਾਜ਼ੇ ਤੇ ਨੌਬਤਾਂ ਵੱਜਣ ਲੱਗ ਪਈਆਂ, ਨਗਾਰੇ ਵੱਜਣ ਲੱਗ ਪਏ। ਲਗਨੇ ਲਗਿਓ ਬਡੋ ਤੇ ਮੇਲਾ, ਬੜਾ ਵੱਡਾ ਮੇਲਾ ਫੇਰ ਉਸੇ ਤਰ੍ਹਾਂ ਲੱਗਣ ਲੱਗ ਪਿਆ ਜਿਵੇਂ ਪਹਿਲੋਂ ਸੀ, ਉਹਦੇ ਨਾਲੋਂ ਦੂਣਾ ਮੇਲਾ ਲੱਗ ਗਿਆ। ਕਿਉਂ ਦਿਸ਼ ਤੇ ਤਬ ਹੋਏ ਸਕੇਲਾ, ਚਾਰਾਂ ਦਿਸ਼ਾਵਾਂ ਤੋਂ ਲੋਕ ਆਉਣ ਲੱਗ ਪਏ, ਇਹਦੀ ਮਨਤਾ ਪੂਜਾ ਹੋਣ ਲੱਗ ਪਈ। ਦੋਹਰਾ ਲੋਕ ਪਰਸ ਪਰ ਸਭ ਕਏ, ਭੂਲੇ ਨਿੰਦ ਉਚਾਰੇ। ਲੋਕ ਆਪਸ ਵਿੱਚ ਮਿਲ ਕੇ ਗੱਲਾਂ ਕਰਦੇ, ਕਹਿੰਦੇ ਅਸੀਂ ਭੁੱਲ ਕੇ ਇਹਨਾਂ ਦੀ ਨਿੰਦਾ ਕੀਤੀ, ਅਸੀਂ ਭੁੱਲਿਆ ਹੋਇਆਂ ਨੇ ਇਹਨਾਂ ਦੀ ਨਿੰਦਿਆ ਕੀਤੀ ਹੈ। ਪੂਰਨ ਹੈ ਇਹ ਸੰਤ ਸ਼ੁਭ, ਸੋ ਆਵੇ ਜਿਸ ਦੁਆਰ। ਇਹ ਤਾਂ ਪੂਰਨ ਸੰਤ ਹੈ ਜਿਹਦੇ ਦਰਵਾਜ਼ੇ ਤੇ ਆਪ 100 ਆਉਂਦਾ ਹੈ। ਇਹ ਤਾਂ ਪੂਰਨ ਮਹਾਤਮਾ ਹੈ। ਚੌਪਈ ਜੈ ਕੇ ਬਰ ਲੂਲੇ ਪਗ ਪਾਏ, ਕਹਿੰਦੇ ਜਿਹਦੇ ਵਰ ਨਾਲ ਪਿੰਗਲੇ ਨੂੰ ਪੈਰ ਮਿਲ ਗਏ, ਹੱਥ ਮਿਲ ਗਏ। ਇਸ ਬਿਦ ਕਹਿ ਬੋ ਭੇਟ ਚੜਾਏ। ਇਹ ਤਾਂ ਬੜਾ ਵੱਡਾ ਮਹਾਤਮਾ ਹੈ। ਏਦਾਂ ਕਹਿ ਕੇ ਲੋਕ ਕਈ ਤਰ੍ਹਾਂ ਦੀਆਂ ਭਟਾਵਾਂ ਇਹਨੂੰ ਚੜਾਉਂਦੇ ਹਨ। ਦੂਰ ਦੂਰ ਤੇ ਨਰ ਤੇ ਆਏ, ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਇਹਦੇ ਕੋਲ। ਆਨੇ ਅਗਰਜ ਤੇ ਅਧਿਕਾਏ, ਪਹਿਲਾਂ ਨਾਲੋਂ ਵੀ ਵੱਧ ਭੇਟਾ ਇਹਦੇ ਕੋਲ ਲੈ ਕੇ ਆਉਂਦੇ ਹਨ। ਸ੍ਰੀ ਗੁਰੂ ਨਾਮ ਜਪਤ ਪਾਸੋਈ। 100 ਸੁਹਾਗਣ ਹੁਣ ਕਿਸੇ ਅਲੌਕਿਕ ਮਸਤੀ ਦੇ ਰੰਗ ਵਿੱਚ ਰੰਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮ ਜਪਦਾ ਹੈ। ਰਸਨਾ ਤੋਂ ਕਹਿੰਦਾ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਇਹ ਨਾਮ ਸਤਿਗੁਰਾਂ ਦਾ ਆਪਣੀ ਰਸਨਾ ਤੋਂ ਜਪਦਾ ਹੈ। ਜਾਂ ਤੇ ਪੂਜਾ ਬਹੁ ਜਗੇ ਹੋਈ, ਇਸੇ ਕਰਕੇ ਤਾਂ ਪੂਜਾ ਹੋ ਰਹੀ ਹੈ ਜਗਤ ਵਿੱਚ। ਨਾਮ ਜਪਦਾ, ਨਾਮ ਆਰਾਧਦਾ ਹੈ। ਆਪਣੋ ਪੰਥ ਕੀਓ ਇੱਕ ਤਾਈ, 100 ਸੁਹਾਗਣ ਨੇ ਆਪਣਾ ਇੱਕ ਮਤ ਚਲਾਇਆ, ਪੰਥ ਆਪਣਾ। ਉਹਨੇ ਇੱਕ ਪੰਥ, ਆਪਣੀ ਇੱਕ ਸੰਪਰਦਾ ਚਲਾਈ। ਬਾਂਧਤ ਦੇ ਕੁਗਰੂ ਪਗ ਮਾਈ, ਕੀ ਮਤ ਚਲਾਇਆ ਵੀ ਇਹਨੇ ਆਪ ਇਹ ਪੈਰਾਂ 'ਚ ਘੁੰਗਰੂ ਬੰਨ੍ਹਦਾ ਸੀ। ਜਿਹੜੇ ਇਹਨੂੰ ਮੰਨਣ ਪੂਜਣ ਵਾਲੇ ਸੀ ਉਹਨਾਂ ਦੇ ਪੈਰਾਂ ਵਿੱਚ ਵੀ ਇਹ ਘੁੰਗਰੂ ਬੰਨ੍ਹ ਦਿੰਦਾ ਹੈ। ਏਦਾਂ ਦਾ ਮਤ ਇਹਨੇ ਆਪਣਾ ਪੰਥ ਉਹ ਚਲਾਇਆ ਉਸ ਇਲਾਕੇ ਵਿੱਚ। ਘਰ ਮੈਂ ਮੋਰੀ ਪਾਵੇਂ ਸੋਏ, ਔਰ ਹੱਥ ਦੇ ਵਿੱਚ ਮੌਲੀ ਬੰਨ ਲੈਂਦੇ ਆ, ਲਾਲ ਜੇ ਰੰਗ ਦੀ ਮੌਲੀ
ਉਹ ਹੱਥ ਵਿੱਚ ਬੰਨ੍ਹ ਲੈਂਦਾ ਤੇ ਪੈਰ ਦੇ ਵਿੱਚ ਘੁੰਗਰੂ ਬੰਨ੍ਹ ਲੈਂਦਾ। ਵੇਖ ਚੱਲਿਓ ਜਗ ਪ੍ਰਗਟ ਹੋਏ। ਇਦਾਂ ਦਾ ਭੇਖ ਇਹਨੇ ਪ੍ਰਗਟ ਕੀਤਾ। ਸੰਸਾਰ 'ਚ ਬੜਾ ਭੇਖ ਚੱਲਿਆ। ਮਹਾਂਕਵੀ ਜੀ ਕਹਿੰਦੇ ਉਸ ਇਲਾਕੇ 'ਚ, ਦੀਪਾਲਪੁਰ ਦੇ ਇਲਾਕੇ 'ਚ, ਸਿੰਧ ਦੇ ਇਲਾਕੇ ਵਿੱਚ ਇਹਦੀ ਬੜੀ ਸਿੱਖੀ ਸੇਵਕੀ ਹੋਈ। ਪੈਰ 'ਚ ਘੁੰਗਰੂ ਪਾ ਕੇ, ਹੱਥ ਤੇ ਮੋਲੀ ਬੰਨ੍ਹ ਕੇ ਇਹਦੀ ਇੱਕ ਸੰਪਰਦਾ ਜਿਹੜੀ ਆ ਉਹ ਚੱਲੀ ਉਸ ਇਲਾਕੇ ਵਿੱਚ। ਇਸ ਬਿਦ ਕੀਨ ਕਿਰਤਾਰਥ ਤਾਈ। ਇਉਂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਨੇ 100 ਸੁਹਾਗਣ ਨੂੰ ਕਿਰਤਾਰਥ ਕੀਤਾ। ਨਾਮ ਪਤਿਤ ਪਾਵਨ ਹੈ ਜਾਈ। ਕਿਉਂ ਨਾ ਕਰਦੇ ਕਿਰਤਾਰਥ? ਮੇਰੇ ਸਾਹਿਬ ਦਾ ਨਾਮ ਹੀ ਹੈ ਪਤਿਤ ਪਾਵਨ। ਪਾਪੀਆਂ ਨੂੰ ਪਵਿੱਤਰ ਕਰਨਾ ਨਾਮ ਹੀ ਮੇਰੇ ਸਾਹਿਬ ਦਾ ਇਹ ਹੈ ਪਤਿਤ ਪਾਵਨ। ਭਾਈ ਗੁਰਦਾਸ ਜੀ ਕਹਿੰਦੇ ਭਗਤ ਵਚਲ ਸੁਨ ਹੋਤ ਹੈ ਨਿਰਾਸ ਹੀਓ ਪਤਿਤ ਪਾਵਨ ਸੁਨ ਆਸਾ ਔਰ ਧਾਰ ਹੋ। ਕਹਿੰਦੇ ਜਦੋਂ ਮੈਂ ਸੁਣਦਾ ਕਿ ਹੇ ਵਾਹਿਗੁਰੂ ਤੂੰ ਭਗਤ ਵਚਲ ਹੈ ਤੇ ਮੇਰਾ ਮਨ ਉਦਾਸ ਹੋ ਜਾਂਦਾ ਵੀ ਤੂੰ ਕੱਲਾ ਭਗਤਾਂ ਨੂੰ ਹੀ ਪਿਆਰ ਕਰਦਾ, ਭਗਤਾਂ ਨੂੰ ਹੀ ਪਾਲਦਾ, ਮੈਂ ਤਾਂ ਭਗਤ ਹਾਂ ਨਹੀਂ। ਮੇਰਾ ਮਨ ਉਦਾਸ ਹੋ ਗਿਆ। ਫਿਰ ਮੇਰੇ ਕੰਨਾਂ 'ਚ ਆਵਾਜ਼ ਪਈ, ਮੇਰੇ ਸੁਆਮੀ ਤੂੰ ਤਾਂ ਪਤਤਾਂ ਨੂੰ ਤਾਰਨੇ ਵਾਲਾ ਹੈ। ਕਹਿੰਦੇ ਸੁਣਦਿਆਂ ਮੇਰੇ ਮਨ 'ਚ ਆਸ ਬਣ ਗਈ ਵੀ ਮੈਂ ਪਤਤ ਹਾਂ ਤੇ ਮੇਰੇ ਜੇ ਪਤਤ ਨੂੰ ਤੁਸੀਂ ਤਾਰਨੇ ਵਾਲੇ ਪਤਤ ਪਾਵਨ ਹੋ। ਤੋ ਪਾਤਸ਼ਾਹ ਪਤਤ ਪਾਵਨ ਹੋ ਕੇ ਆਪਣੇ ਨਾਮ ਦੀ ਲੱਜਿਆ ਰੱਖ ਕੇ 100 ਸੁਹਾਗਣ ਨੂੰ ਪਵਿੱਤਰ ਕਰਕੇ ਟੁਰ ਪਏ। ਦੋਹਰਾ ਸ਼੍ਰੀ ਗੁਰੂ ਨਾਨਕ ਤੇ ਬਿਨਾ ਕਰੇ ਕੌਣ ਅਸ ਕਾਜ। ਆਪਣਾ ਨਾਮ ਛੁਪਾ ਕੇ ਪਤਾ ਹੀ ਨਹੀਂ ਲੱਗਣ ਦਿੱਤਾ ਨਗਰ ਵਾਲਿਆਂ ਨੂੰ। ਆਪਣੇ ਆਪ ਕੱਲਾ 100 ਸੁਹਾਗਣ ਨੂੰ ਪਤਾ ਜਾਂ ਉਹ ਪਿੰਗਲੇ ਨੂੰ ਪਤਾ। ਵਡਿਆਈ ਮੇਰੇ ਸਾਹਿਬ ਦੀ ਤੇ ਦੇ ਕੇ 100 ਸੁਹਾਗਣ ਨੂੰ ਪਾਤਸ਼ਾਹ ਉੱਥੋਂ ਬਿਲਕੁਲ ਆਪਣਾ ਆਪ ਜਣਾਏ ਬਿਨਾਂ ਹੀ ਚਲੇ ਗਏ। ਇਹੋ ਜੀ ਦਾਤ ਕੇਵਲ ਗੁਰੂ ਨਾਨਕ ਸਾਹਿਬ ਦੇ ਕੋਲ ਆ। ਇਹੋ ਜਿਹਾ ਕੰਮ ਕੇਵਲ ਗੁਰੂ ਨਾਨਕ ਪਾਤਸ਼ਾਹ ਕਰ ਸਕਦੇ ਨੇ। ਹੋਰ ਕੌਣ ਹੈ ਜਿਹੜਾ ਕਰ ਸਕੇ? ਇੱਥੇ ਤਾਂ ਕੋਈ ਛੋਟਾ ਜਿਹਾ ਕੰਮ ਕਰੇ ਤੇ ਆਪਣਾ ਨਾਂ ਪ੍ਰਗਟ ਕਰਨ ਵਾਸਤੇ ਕੀ ਕੁਝ ਨਹੀਂ ਕਰਦਾ ਬੰਦਾ। ਇੱਥੇ ਬਹੁਤ ਕੁਝ ਦਇਆ ਦੇ ਕਿਰਪਾ ਦੀ ਖੇਡ ਵਰਤਾ ਕੇ ਵੀ ਪਾਤਸ਼ਾਹ ਆਪਣਾ ਆਪ ਜਣਾਏ ਬਿਨਾਂ ਇੱਥੋਂ ਚਲੇ ਜਾ ਰਹੇ ਹਨ। ਇਹ ਕੰਮ ਮਹਾਂਕਵੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਭਲਾ ਹੋਰ ਕੌਣ ਕਰੇ। ਤਾਰੇ ਨਰ ਕਲੀ ਕਾਲ ਮੈਂ ਬੜੋ ਗਰੀਬ ਨਿਵਾਜੇ। ਕਲੀ ਕਾਲ ਦੇ ਕਿਤਨੇ ਹੀ ਨਰਾਂ ਨੂੰ, ਜੀਵਾਂ ਨੂੰ ਮੇਰੇ ਸਾਹਿਬ ਨੇ ਤਾਰਿਆ, ਕਿਉਂਕਿ ਮੇਰੇ ਪਾਤਸ਼ਾਹ ਬੜੋ ਗਰੀਬ ਨਿਵਾਜ, ਵੱਡੇ ਨੇ ਔਰ ਗਰੀਬਾਂ ਨੂੰ ਨਿਵਾਜਣ ਵਾਲੇ ਹਨ। ਚੋਪਈ ਤੈਂਤੇ ਗਮਨੇ ਗੁਰੂ ਅਗਾਰੀ। ਸਤਿਗੁਰੂ ਜੀ ਇੱਥੋਂ ਅੱਗੇ ਚੱਲੇ ਹਨ। ਨਰਨ ਉਦਾਰਨ ਪਰ ਉਪਕਾਰੀ। ਨਰਾਂ ਦਾ ਉਧਾਰ ਕਰਨ ਵਾਲੇ ਪਰਉਪਕਾਰੀ ਸਾਹਿਬ ਹਨ। ਜੈ ਟਿੱਲਾ ਹੈ ਬਾਲ ਗੁੰਦਾਈ। ਖਾਲਸਾ ਜੀ ਜੇਲਮ ਦਾ ਇਲਾਕਾ ਹੈ। ਜੇਲਮ ਦੇ ਇਲਾਕੇ ਵਿੱਚ, ਜੇਲਮ ਦੇ ਨੇੜੇ ਇੱਕ ਟਿੱਲਾ ਹੈ, ਜਿਸ ਟਿੱਲੇ ਦਾ ਨਾਮ ਹੈ ਟਿੱਲਾ ਬਾਲ ਗੁੰਦਾਈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਚੱਲ ਕੇ ਹੁਣ ਉੱਥੇ ਪੁੱਜੇ ਨੇ ਜੇਲਮ 'ਚ। ਜੇਲਮ ਮਹਾਰਾਜ ਜੀ ਦੇ ਬੜੇ ਬੜੇ ਮਹਾਨ ਸੇਵਕ ਸਿੱਖ ਹੋਏ। ਭਾਈ ਮੱਖਣ ਸ਼ਾਹ ਜੀ ਲੁਬਾਣਾ ਉੱਥੋਂ ਦੇ ਰਹਿਣ ਵਾਲੇ ਸਨ। ਖਾਲਸੇ ਪੰਥ ਦੇ ਪੂਜਨੀਕ ਮਾਤਾ ਸਾਹਿਬ ਦੇਵਾਂ ਜੀ ਦਾ ਵੀ ਨਗਰ ਉੱਥੇ ਨੇੜੇ ਸੀ ਜੇਲਮ ਦੇ। ਬੜੀ ਗੁਰੂ ਕੀ ਸਿੱਖੀ ਸੇਵਕੀ ਸੀ ਇਸ ਇਲਾਕੇ 'ਚ। ਮਹਾਰਾਜ ਜੀ ਨੇ ਚਰਨ ਪਾਏ ਆ, ਗੁਰੂ ਨਾਨਕ ਸਾਹਿਬ ਨੇ ਬੀਜ ਬੀਜਿਆ ਸਿੱਖੀ ਦਾ। ਤੋ ਦਇਆਨੰਦ ਸੁਆਮੀ ਪਾਤਸ਼ਾਹ ਜਦੋਂ ਜੇਲਮ ਆਏ, ਇੱਥੇ ਟਿੱਲਾ ਸੀ ਬਾਲ ਗੁੰਦਾਈ, ਬੜਾ ਵੱਡਾ ਸਿੱਧ ਹੋਇਆ। ਇਹ ਇਸੇ ਟਿੱਲੇ ਦੇ ਉੱਤੇ ਹੀ ਰਾਂਝੇ ਨੇ ਆ ਕੇ ਯੋਗ ਧਾਰਨ ਕੀਤਾ ਸੀ। ਬਾਲ ਗੁੰਦਾਈ ਦੇ ਟਿੱਲੇ ਤੇ ਉਹ ਯੋਗੀ ਬਣਿਆ ਸੀ, ਕੰਨ ਪਾੜ ਕੇ ਮੁੰਦਰਾਂ ਪਾਈਆਂ ਸਨ ਉਹਨੇ। ਤੋ ਬਾਲ ਗੁੰਦਾਈ ਦੇ ਟਿੱਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਜੋਗੀ ਬਹੁਤ ਰਹਿਤ ਤੈ ਥਾਈ। ਯੋਗੀਆਂ ਦਾ ਟਿੱਲਾ ਸੀ।
ਬੜੇ ਬੜੇ ਯੋਗੀ ਇੱਥੇ ਰਹਿੰਦੇ ਸਨ। दोहरा बाल गुंदाई सदन में बाज साल में बाज। ਬਾਲ ਗੁੰਦਾਈ ਦਾ ਜਿਹੜਾ ਇਹ ਟਿੱਲਾ ਇਹਨੇ ਇੱਥੇ ਬੜਾ ਵਧੀਆ ਡੇਰਾ ਬਣਾਇਆ ਹੋਇਆ ਹੈ। ਇਹਦੇ ਕੋਲ ਬਕਾਇਦਾ ਬਾਜਸ਼ਾਲ ਕਹਿੰਦੇ ਨੇ ਤਬੇਲੇ ਨੂੰ, ਘੋੜਿਆਂ ਦਾ ਤਬੇਲਾ ਸੀ। ਬੜੇ ਬੜੇ ਵਧੀਆ ਘੋੜੇ ਤੇ ਘੋੜੀਆਂ ਇਹਨੇ ਆਪਣੇ ਤਬੇਲੇ 'ਚ ਰੱਖੇ ਹੋਏ ਨੇ। एक खजाना चीर को परोपकार जे काज। ਇੱਕ ਕਮਰਾ ਇਹਨੇ ਵਸਤਰਾਂ ਦਾ, ਕੱਪੜਿਆਂ ਦਾ ਭਰ ਕੇ ਰੱਖਿਆ ਪਰਉਪਕਾਰ ਵਾਸਤੇ। ਕੱਪੜੇ ਰੱਖੇ ਨੇ ਬੜੇ ਵਧੀਆ, ਬੜਾ ਖਜ਼ਾਨਾ ਕੱਪੜਿਆਂ ਦਾ ਰੱਖਿਆ ਹੋਇਆ। ਉਹਦੇ ਸਭ ਪਰਉਪਕਾਰ ਵਾਸਤੇ ਰੱਖੇ ਹੋਏ ਨੇ। जो पई उत्तम भोजन सो बनवावे। ਫਿਰ ਇਹਦੇ ਡੇਰੇ ਤੇ ਲੰਗਰ ਵੀ ਚੱਲਦਾ। ਬੜੇ ਵਧੀਆ ਵਧੀਆ ਭੋਜਨ ਇਹ ਆਪਣੇ ਭੰਡਾਰੇ ਵਿੱਚ ਤਿਆਰ ਕਰਵਾਉਂਦਾ। जो जो तैं जाए सबन को खुआवे। ਜਿਹੜਾ ਇਹਦੇ ਡੇਰੇ ਤੇ ਆਉਂਦਾ ਇਹ ਉਹਨੂੰ ਭੋਜਨ ਛਕਾਉਂਦਾ। ਬਾਲ ਗੁੰਦਾਈ ਦੀ ਗੱਦੀ ਦੇ ਉੱਤੇ ਜਿਹੜਾ ਬਹਿੰਦਾ ਉਹਨੂੰ ਵੀ ਬਾਲ ਗੁੰਦਾਈ ਕਹਿੰਦੇ ਆ। ਉਹ ਗੱਦੀ ਚੱਲਦੀ ਆਉਂਦੀ ਸੀ, ਤੋ ਇਹਦਾ ਨਾਮ ਵੀ ਬਾਲ ਗੁੰਦਾਈ ਹੈ ਜਿਹੜਾ ਇਸ ਵੇਲੇ ਇੱਥੇ ਮਹੰਤ ਹੈ ਡੇਰੇ ਦਾ। ਇਹਨੇ ਬੜੇ ਪਰਉਪਕਾਰ ਦੇ ਕੰਮ ਕੀਤੇ ਹੋਏ ਨੇ। ਲੰਗਰ ਚਲਾਉਂਦਾ, ਘੋੜਿਆਂ ਦੀ ਬਾਜਸ਼ਾਲਾ ਤਬੇਲਾ ਬਣਾਇਆ ਹੋਇਆ ਜਿਹਦੇ 'ਚ ਜੇ ਕੋਈ ਥੱਕ ਜਾਂਦਾ ਤੇ ਉਹਨੂੰ ਘੋੜੇ ਦਿੰਦਾ ਵੀ ਤੁਹਾਨੂੰ ਘੋੜੇ ਤੇ ਛੱਡ ਆਉਂਦੇ ਅੱਗੇ। ਜਿਹਦੇ ਕੋਲ ਕੋਈ ਕੱਪੜਾ ਨਹੀਂ ਹੁੰਦਾ ਇਹਨੇ ਕਮਰਾ ਭਰ ਕੇ ਰੱਖਿਆ ਕੱਪੜਿਆਂ ਦਾ। ਉਹਨੂੰ ਕਹਿੰਦਾ ਮਨ ਭਾਉਂਦਾ ਜਿਹਨੇ ਕੋਈ ਕੱਪੜਾ ਲੈਣਾ ਲੈ ਲਓ। ਏਦਾਂ ਇਹ ਪਰਉਪਕਾਰ ਦਾ ਕੰਮ ਕਰਦਾ। ਕੋਈ ਆ ਜੇ ਇਹਦੇ ਡੇਰੇ ਤੇ ਉਹਨੂੰ ਆਪਣੇ ਭੰਡਾਰੇ ਚੋਂ ਭੋਜਨ ਛਕਾਉਂਦਾ। सुंदर मंदिर में विश्रामा। ਫਿਰ ਬੜੀ ਸੋਹਣੀ ਇਹਨੇ ਸਰਾਂ ਬਣਾਈ ਹੋਈ ਆ ਉੱਥੇ, ਕਮਰੇ ਮਕਾਨ ਬੜੇ ਸੋਹਣੇ ਬਣਾਏ ਹੋਏ ਨੇ। ਉਹਨਾਂ 'ਚ ਬੜੇ ਸੋਹਣੇ ਵਧੀਆ ਆਸਣ ਲਾਏ ਹੋਏ ਨੇ। नग्न देख पट दे अबिरामा। ਜੇ ਕੋਈ ਤਨ ਤੋਂ ਨੰਗਾ ਹੁੰਦਾ, ਕੱਪੜਾ ਨਹੀਂ ਹੁੰਦਾ ਤਾਂ ਉਹਨੂੰ ਵਧੀਆ ਕੱਪੜੇ ਦਿੰਦਾ। पंथ चलत श्रम जो होए जावे। ਤੇ ਜਿਹੜੇ ਵਿਚਾਰੇ ਕੋਈ ਸਫ਼ਰ 'ਚ ਪਿੱਛੋਂ ਆਉਂਦੇ ਆ ਤੇ ਚਲਦਿਆਂ ਚਲਦਿਆਂ ਪੈਦਲ ਥੱਕ ਜਾਂਦਾ। पेज तुरंग ताए चढ़वावे। ਇਹ ਘੋੜਾ ਭੇਜਦਾ, ਉਹਨੂੰ ਕਹਿੰਦਾ ਜੀ ਇਹਨੂੰ ਨੌਕਰ ਰੱਖੇ ਹੋਏ ਨੇ, ਕਹਿੰਦੇ ਇਹਨਾਂ ਨੂੰ ਘੋੜੇ ਤੇ ਬਿਠਾ ਕੇ ਅੱਗੇ ਛੱਡ ਕੇ ਆਓ ਜਿੱਥੇ ਜਾਣਾ। ਏਦਾਂ ਦੇ ਪਰਉਪਕਾਰ ਦੇ ਕੰਮ ਕਰਦਾ ਹੈ। नित उपकार करने अबिलाखी। ਏਦਾਂ ਨਿਤ ਉਪਕਾਰ ਕਰਨ ਵਿੱਚ ਅਬਲਾਖੀ ਬਣ ਕੇ ਉਪਕਾਰੀ ਹੋ ਕੇ ਉਪਕਾਰ ਕਰਦਾ ਹੈ। ज्यों अवनी पर सफले साखी। ਵੀ ਜਿਹਦੇ ਨਾਲ ਇਸ ਧਰਤੀ ਤੇ ਆਇਆ ਆਪਣਾ ਆਪ ਸਫਲ ਕਰ ਲਿਓ ਕੰਮ ਕਰਦਾ ਪਰਉਪਕਾਰ ਦੇ। ਲੰਗਰ ਵੀ ਲਾਇਆ ਹੋਇਆ, ਕੱਪੜਿਆਂ ਦਾ ਵੀ ਦਾਨ ਕਰਦਾ ਹੈ, ਆਏ ਗਏ ਵਾਸਤੇ ਮੰਜੇ ਬਿਸਤਰੇ ਦਾ ਪ੍ਰਬੰਧ ਕਰਦਾ ਹੈ। ਬੜੇ ਪਰਉਪਕਾਰ ਦੇ ਕਾਰਜ ਵਿੱਚ ਇਹ ਪ੍ਰਵਿਰਤ ਹੈ। ਤੈਂ ਡੇਰੇ ਕੇ ਜਾਏ ਸਮੀਪਾ। ਦੀਨ ਤੇ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਚੱਲ ਕੇ ਉਹਦੇ ਡੇਰੇ ਦੇ ਕੋਲ ਆਏ। ਪਾਤਸ਼ਾਹ ਵੇਖਿਆ ਵੀ ਕਰਮ ਤਾਂ ਕਰ ਰਿਹਾ, ਪਰ ਇਹਨਾਂ ਕਰਮਾਂ ਕਰਕੇ ਉਹ ਪਦਵੀ ਨੂੰ ਇਹ ਪ੍ਰਾਪਤ ਨਹੀਂ ਹੋ ਸਕੇਗਾ ਜਿੱਥੇ ਜਾ ਕੇ ਜਨਮ ਮਰਨ ਦੀ ਉਪਾਧੀ ਖਤਮ ਹੋ ਜਾਂਦੀ ਹੈ। ਉਹਦੇ ਲਈ ਜ਼ਰੂਰਤ ਹੈ ਕਿ ਇਹਨੂੰ ਨਾਮ ਸਿਮਰਨ ਦੇ ਉਪਦੇਸ਼ ਦੀ। ਇਸ ਕਰਕੇ ਸਾਹਿਬ ਆਏ ਨੇ। ਅੰਤਸ਼ਕਰਨ ਤਾਂ ਸ਼ੁੱਧ ਸੀ ਉਹਦਾ, ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਕਿਰਤਾਰਥ ਕਰਨਾ ਸੀ। ਤੋ ਪਾਤਸ਼ਾਹ ਟਿੱਲਾ ਬਾਲ ਗੁੰਦਾਈ ਦੇ ਨੇੜੇ ਆ ਕੇ ਬੈਠੇ ਹਨ। ਬੈਠ ਰਹੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ, ਬੇਦੀ ਕੁਲ ਟੀਕਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਆ ਕੇ ਬੈਠ ਗਏ। ਬਾਲ ਗੁੰਦਾਈ ਜਬ ਸੁਧ ਹੋਈ। ਬਾਲ ਗੁੰਦਾਈ ਜਿਹੜਾ ਉਹ ਟਿੱਲੇ ਦਾ ਮਹੰਤ ਸੀ, ਉਹਨੂੰ ਜਦੋਂ ਖਬਰ ਹੋਈ, ਪਤਾ ਲੱਗਾ ਵਹਿਰ ਅਤੀਤ ਬੈਠ ਰਹੇ ਦੋਈ। ਕਿ ਦੋ ਅਤੀਤ ਸਾਧੂ ਨੇ ਜਿਹੜੇ ਮੇਰੇ ਡੇਰੇ ਦੇ ਅੰਦਰ ਨਹੀਂ ਆਏ, ਬਾਹਰ ਬੈਠੇ ਨੇ ਥੱਲੇ ਟਿੱਲੇ ਤੇ। ਟਿੱਲਾ ਉੱਚੇ ਥਾਂ ਤੇ ਸੀ, ਵੀ ਉਹ ਟਿੱਲੇ ਤੋਂ ਬਾਹਰ ਬੈਠੇ ਹੋਏ ਨੇ ਦੋ ਅਤੀਤ ਸਾਧੂ ਨੇ। ਕਿਉਂਕਿ ਇੱਕ ਸਤਿਗੁਰੂ ਜੀ ਸਨ, ਦੂਜੇ ਭਾਈ ਬਾਲਾ ਜੀ ਸਨ। ਉਹ ਪਤਾ ਲੱਗਾ ਵੀ ਏਦਾਂ ਦੋ ਸਾਧੂ ਆਏ ਹਨ। ਨਹੀਂ ਅਗਾਰੀ ਆਵਤ ਸੋ। ਉਹ ਅੱਗੇ ਨਹੀਂ ਆਏ ਡੇਰੇ ਵਿੱਚ ਤੇ ਬਾਹਰ ਹੀ ਬਹਿ ਗਏ ਨੇ। ਉਹਨਾਂ ਨੂੰ ਚਾਹੀਦਾ ਸੀ ਇੱਥੇ ਅੰਦਰ ਆਉਂਦੇ, ਸਾਰੇ ਇੱਥੇ ਆਉਂਦੇ ਆ ਅੰਦਰ,
ਸਭ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੁੰਦਾ, ਰਹਿਣ ਸਹਿਣ ਦਾ ਪ੍ਰਬੰਧ ਹੁੰਦਾ, ਪਰ ਉਹ ਨਹੀਂ ਆਏ, ਉਹ ਬਾਹਰ ਹੀ ਬੈਠੇ ਹਨ। ਜੋਗੀ ਤਬੇ ਬੁਲਾਏ ਦੋ, ਬਾਲ ਗੁੰਦਾਈ ਨੇ ਆਪਣੇ 2 ਚੇਲੇ ਬੁਲਾਏ ਜੋਗੀ। ਕਯੋ ਤਿਨੇ ਕੋ ਆਨੋ ਜਾਈ, ਉਹਨਾਂ ਦੋਨਾਂ ਨੂੰ ਆਖਿਆ ਵੀ ਜਾਓ ਤੁਸੀਂ ਦੋਵੇਂ ਜਣੇ, ਵੀ ਉਹ ਜਿਹੜੇ 2 ਸਾਧੂ ਆਏ ਨੇ ਬਾਹਰ ਪਤਾ ਲੱਗਾ, ਉਹਨਾਂ ਨੂੰ ਜਾ ਕੇ ਬੇਨਤੀ ਕਰਕੇ ਇੱਥੇ ਡੇਰੇ ਤੇ ਲੈ ਕੇ ਆਓ। ਪਹੁੰਚੇ ਸੋ ਸ਼੍ਰੀ ਗੁਰ ਜੈ ਥਾਈ, ਉਹ ਦੋਵੇਂ ਜੋਗੀ ਚੱਲ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ ਆਏ। ਦੋਹਰਾ ਚਲੋ ਅਤੀਤੋ ਉਠ ਅਬੇ, ਬਾਲ ਗੁੰਦਾਈ ਥਾਨ। ਆ ਕੇ ਕਹਿਣ ਲੱਗੇ ਸਤਿਗੁਰਾਂ ਨੂੰ ਜੋਗੀ, ਮਹਾਰਾਜ ਸੰਤ ਜੀ ਉਠੋ, ਆਪ ਜੀ ਸਾਡੇ ਨਾਲ ਚੱਲੋ, ਬਾਲ ਗੁੰਦਾਈ ਜੀ ਦੇ ਟਿੱਲੇ ਤੇ ਡੇਰੇ ਤੇ ਬੜਾ ਭਲਾ ਥਾਂ ਹੈ। ਬੈਠਨ ਕੋ ਮੰਦਰ ਪਲੋ, ਸੁਖ ਸੋ ਹੋਵੇ ਗੁਜਰਾਨ। ਉੱਥੇ ਬੈਠਣ ਵਾਸਤੇ ਬੜੇ ਸੋਹਣੇ ਮਕਾਨ ਬਣੇ ਨੇ ਤੇ ਬੜੇ ਸੁੱਖ ਨਾਲ ਤੁਹਾਡੀ ਰਾਤ ਗੁਜ਼ਰੇਗੀ। ਉੱਥੇ ਸੋਹਣਾ ਆਸਣ ਮਿਲੇਗਾ, ਲੰਗਰ ਪ੍ਰਸ਼ਾਦਾ ਮਿਲੇਗਾ ਛਕਣ ਵਾਸਤੇ, ਤੇ ਤੁਸੀਂ ਸਾਡੇ ਨਾਲ ਚੱਲੋ। ਜੋ ਪਈ ਸ਼੍ਰੀ ਪ੍ਰਭ ਕਯੋ, ਨਾ ਹਮ ਚੱਲ ਜਾਵੇਂ। ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਜੋਗੀਆਂ ਨੂੰ, ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਨਹੀਂ ਲੋੜ, ਅਸੀਂ ਨਹੀਂ ਜਾਣਾ ਚੱਲ ਕੇ ਡੇਰੇ ਤੇ। ਜੈ ਬੈਠੇ ਤੈ ਰੈਨ ਬਿਤਾਵੇਂ, ਸਾਡਾ ਤਾਂ ਰੋਜ਼ ਦਾ ਕੰਮ ਹੈ, ਜਿੱਥੇ ਬਹਿ ਜੀ ਉੱਥੇ ਰਾਤ ਬਤੀਤ ਕਰ ਲੈਨੇ ਆ। ਪਾਤਸ਼ਾਹ ਕਹਿੰਦੇ ਅਸੀਂ ਜਿੱਥੇ ਬੈਠ ਜਾਈਏ ਉੱਥੇ ਸਾਡੀ ਰਾਤ ਗੁਜ਼ਰ ਜਾਂਦੀ ਹੈ। ਚਾਹੀਏ ਨਿਤ ਅਤੀਤ ਕੋ ਐਸੀ, ਜਿਹੜਾ ਅਤੀਤ ਸਾਧ ਹੁੰਦਾ ਉਹਨੂੰ ਇਦਾਂ ਹੀ ਚਾਹੀਦਾ ਹੁੰਦਾ। ਉਹ ਕਮਰੇ ਨਹੀਂ ਲੱਭਦਾ ਫਿਰਦਾ, ਉਹ ਮਕਾਨ ਨਹੀਂ ਲੱਭਦਾ ਫਿਰਦਾ ਹੁੰਦਾ ਵੀ ਕੋਈ ਮਕਾਨ ਮਿਲੇ ਤੇ ਉੱਥੇ ਰਾਤ ਕੱਟੀਏ। ਜਿਹੜਾ ਅਤੀਤ ਹੁੰਦਾ ਉਹ ਜਿੱਥੇ ਬਹਿ ਜਾਏ, ਕਿਸੇ ਦਰਖਤ ਥੱਲੇ ਬਹਿ ਜਾਏ, ਕਿਸੇ ਜਗ੍ਹਾ ਤੇ ਬਹਿ ਜਾਏ, ਉਹ ਆਪਣੀ ਰਾਤ ਉੱਥੇ ਹੀ ਬਤੀਤ ਕਰ ਲੈਂਦਾ। ਅਤੀਤ ਨੂੰ ਇਸੇ ਤਰ੍ਹਾਂ ਹੀ ਚਾਹੀਦਾ ਹੈ। ਆਏ ਜੋ ਬਨੇ ਬਿਤਾਵੇਂ ਤੈਸੀ, ਜਿਵੇਂ ਆ ਬਣੇ ਉਵੇਂ ਬਤੀਤ ਕਰੇ। ਸਾਧੂ ਦਾ ਕੰਮ ਇਹ ਹੁੰਦਾ, ਸਾਧੂ ਦਾ ਕੰਮ ਇਹ ਹੁੰਦਾ ਵੀ ਜਿਵੇਂ ਆ ਬਣੇ ਉਦਾਂ ਬਤੀਤ ਕਰ ਲਵੇ। ਬਾਲ ਗੁੰਦਾਈ ਢਿਗ ਪੁੰਨ ਜਾਏ, ਦੋਵੇਂ ਯੋਗੀ ਵਾਪਸ ਗਏ ਬਾਲ ਗੁੰਦਾਈ ਦੇ ਟਿੱਲੇ ਤੇ। ਬਾਲ ਗੁੰਦਾਈ ਕੋਲ ਜਾਏ ਬਤਾਇਓ ਨੈ ਸੋ ਆਏ, ਜਾ ਕੇ ਦੱਸਿਆ, ਆਖਿਆ ਮੰਤ ਜੀ ਉਹ ਨਹੀਂ ਆਉਂਦੇ, ਅਸੀਂ ਬੇਨਤੀ ਕੀਤੀ ਆ ਉਹਨਾਂ ਨੂੰ। ਉਹ ਕਹਿੰਦੇ ਭਾਈ ਅਸੀਂ ਸਾਧ ਹਾਂ, ਜਿੱਥੇ ਬਹਿ ਗਏ ਉੱਥੇ ਸਾਡੇ ਵਾਸਤੇ ਭਲਾ। ਵੀ ਸਾਧੂ ਕਿਹੜਾ ਜਿਹੜਾ ਮਕਾਨ ਲੱਭਦਾ ਫਿਰੇ, ਅੱਜ ਤੁਸੀਂ ਦੇ ਦਿਓਗੇ ਮਕਾਨ ਰਹਿਣ ਨੂੰ, ਕੱਲ ਨੂੰ ਜਦੋਂ ਅੱਗੇ ਕਿਤੇ ਜਾਣਾ ਉੱਥੇ ਫਿਰ ਸਾਨੂੰ ਕੋਈ ਲੱਭਣਾ ਪਊ। ਪਾਤਸ਼ਾਹ ਕਹਿੰਦੇ ਅਸੀਂ ਤਾਂ ਰੋਜ਼ ਹੀ ਯਾਤਰਾ ਹੀ ਕਰ ਰਹੇ ਹਾਂ, ਟੁਰੇ ਹੀ ਜਾਂਦੇ ਆ, ਜਿੱਥੇ ਆਸਣ ਲੱਗ ਜੇ ਉੱਥੇ ਬਹਿ ਜਾਂਦੇ ਆ, ਤੇ ਸਾਨੂੰ ਕੋਈ ਕਾਂਖਾ ਨਹੀਂ ਵੀ ਸਾਨੂੰ ਕੋਈ ਵਧੀਆ ਮੰਜਾ ਬਿਸਤਰਾ ਮਿਲੇ, ਕੋਈ ਚੰਗਾ ਮਕਾਨ ਮਿਲੇ। ਗੁਰੂ ਖਾਲਸਾ ਜੀ ਇੱਕ ਅਤੀਤ ਦੀ ਅਵਸਥਾ ਹੁੰਦੀ। ਅਤੀਤ ਕਹਿੰਦੇ ਆ ਜਿਹੜਾ ਤਿਆਗੀ ਹੁੰਦਾ ਨਾ, ਅਤੀਤ ਦਾ ਮਤਲਬ ਤਿਆਗੀ ਸਾਧੂ, ਉਹਦੀ ਅਵਸਥਾ ਹੁੰਦੀ। ਉਹ ਯੋਗੀ ਜਾ ਕੇ ਬਾਲ ਗੁੰਦਾਈ ਨੂੰ ਦੱਸ ਰਹੇ ਨੇ। ਬਾਲ ਗੁੰਦਾਈ ਆਪ ਚੱਲ ਕੇ ਸਤਿਗੁਰਾਂ ਦੇ ਚਰਨਾਂ ਤੇ ਹਾਜ਼ਰ ਹੋਏ, ਮਹਾਰਾਜ ਜੀ ਨੂੰ ਬੇਨਤੀ ਕਰਕੇ ਆਪਣੇ ਡੇਰੇ ਤੇ ਲੈ ਕੇ ਗਏ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਸੁਖ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਹੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਪੀਓ ਅਣਹਾਰੇ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੂੰ ਮੇਰੋ ਮੇਰ ਪਰਬਤ ਸੁਆਮੀ ओट गई मैं तेरी ना तुम डोलो ना हम गिरते रख ली निहर मेरी दंडौत बंधन अनक बार सर्ब कला समरथ डोलन ते राखो प्रभु डोलन ते राखो प्रभु नानक दे कर हथ सोए सुनंदड़ी मेरा तन मन मौला नाम जपंदड़ी लाली पंद जुलंदड़ी मेरा अंदर ठंडा गुर दर्शन देख निहाली आनंद गुणी निधान गुरु गरीब निवाज गरीब निवाज गरीब निवाज राम जपो जी ऐसे ऐसे राम जपो जी ऐसे ऐसे राम जपो जी ऐसे ऐसे